इस महान सेवा नूं किवें अपनाया, तुसीं ढाडी किवें बने? अपने वल्लों वधिया तो वधिया जिहड़ी कविता सी वो मैं बच्चों के नाल ते साडे टीचरां नाल साझी करदा हुंदा सी। हौली हौली उत्थों फिर मैनूं ये जिहड़ी लगन सी। तुहाडे उस्ताद कौन ने? तुहानूं ये कला सीखण लई किन्नी क मेहनत करनी पई, किन्नी क तुसीं उस्तादां दी सेवा कीती? उन्हां छप्पड़ां दे विचों मिट्टी लिया के ਉਹਦੀ कहानी करके ते ਉਹ मैं लिप पोच के ਉਹਨਾਂ ਦੇ ਕੋਠਿਆਂ ਦੀ ਵੀ ਸੇਵਾ ਕੀਤੀ, ਉਹਨਾਂ ਦੀ ਵੀ ਸੇਵਾ ਕੀਤੀ। ਤੇ ਜਿਹੜਾ ਉਹਨਾਂ ਦਾ ਸਿਖਾਉਣ ਦਾ ਤਰੀਕਾ ਸੀ ਉਹ ਕਿਸ ਤਰ੍ਹਾਂ ਦਾ ਸੀ? ਮਤਲਬ ਕਿਵੇਂ ਸਿਖਾਇਆ ਜਾਂਦਾ ਸੀ? ਅੱਜ ਦੇ ਤਰੀਕੇ ਨਾਲ ਕੋਈ ਫਰਕ ਸੀ? ਕਈ ਵਾਰੀ ਇੱਥੋਂ ਤੱਕ ਕਿ ਮੇਰੇ ਲੱਤਾਂ ਵੀ ਵੱਜੀਆਂ। ਅਜੋਕੇ ਦੌਰ ਵਿੱਚ ਹਰ ਕੋਈ ਸਿੱਖਣਾ ਵੀ ਚਾਹੁੰਦਾ ਹੈ, ਸਟਾਰ ਵੀ ਬਣਨਾ ਚਾਹੁੰਦਾ, ਪਰ ਮਿਹਨਤ ਕਰਨ ਲਈ ਕੋਈ ਰਾਜ਼ੀ ਨਹੀਂ। पर ढाडी कला का जिहड़ा खेतर है ये आम तौर पर नौजवान मेहनत करन तो कन्नी कतराउंदे ने, ते इहदा कारण तुसीं की समझदे हो? की कारण है, मेहनत क्यों नहीं की जाती? ये बहुत वड्डी कला गुरु हरगोबिंद साहब ने सानू बख्शिश की है। इहनूं सीखण वास्ते तुसीं दिन रात एक करके ते सिर तोड़ मेहनत करके जे तुसीं लोकां दे सामने आउणा ते कुछ ना कुछ बन के आउणा। इस समय विच साडे ढाडी आप कोई नवीं इस तरह दीयां वनगियां बना सकते हैं? की बनाईयां जा सकदियां ने? अजकल साडे ढाडी जिहड़े नवें युग दे मुंडे ने वो बड़ा तर्जां नूं प्रमोट कर रहे हैं ते कलाकारां दी जिहड़े साडी ढाडी ने असीं बहुत रीस कर रहे हैं। इस करके कुछ समय तो साडा ढाडी राग जिहड़ा ये विसरदा भी जा रहा है। ढाडी कला जिहड़ी पुरानी है, पुरानियां वनगियां ने, इन्हां नूं सांभण लई की कीता जा सकदा है ते की करना चाहिए? ये जे रला मिला के गाया जाए तो मैं तो एक गल कहूँगा, नमो गीत गीते नमो प्रीत प्रीते, नानक भौजल पार परे जो गावे प्रभ के गीत। गीत गाने माड़े नहीं। 1975 तो लैके फिर तुसीं किहड़े-किहड़े जत्थियां दे नाल सेवावां कीतियां ते उस तो बाद अपना ढाडी जत्था तुसीं कदों बनाया? 1998 तो मैं अपना जत्था बनाया। तुसीं श्रोमणी गुरुद्वारा प्रबंधक कमेटी विच कदों भर्ती होए? 1987 दे विच सहायक ढाडी भर्ती होया सी ज्ञानी मल सिंह हुणां। ਅੱਜ ਦੇ ਦੇਸ਼ ਕੌਮ ਦੀ ਵਤਨ ਦੀ ਖਾਤਰ ਸਰਦਾਰ ਹਰੀ ਸਿੰਘ ਨਰੂਆ ਸ਼ਹਾਦਤ ਦਾ ਜਾਨ ਪੀ ਗਿਆ। ਆਉਣ ਵਾਲੇ ਸਮੇਂ ਦੇ ਅੰਦਰ ਇੱਕ ਨਹੀਂ ਹਜ਼ਾਰਾਂ ਹਰੀ ਸਿੰਘ ਨਰੂਏ ਪੈਦਾ ਹੋਣਗੇ। ਕਿਤੇ ਇਹੋ ਜਿਹਾ ਪਿਆਰ ਦਿੱਤਾ ਹੋਵੇ ਜਿਹੜਾ ਸਾਰਾ ਜੀਵਨ ਤੁਸੀਂ ਭੁਲਾ ਨਾ ਸਕਦੇ ਹੋ, ਤੁਹਾਡੀ ਜਿਹੜੀ ਅਭੁੱਲ ਯਾਦਗਾਰ ਹੈ ਉਹਦੇ ਬਾਰੇ ਜ਼ਰੂਰ ਸਾਨੂੰ ਦੱਸੋ। ਉਹ ਮੇਰੀ ਭੁੱਲ ਯਾਦ ਆ ਕਿ ਉਦੋਂ ਮੈਂ ਢਾਡੀ ਦਰਬਾਰ ਵਿੱਚੋਂ ਉੱਥੇ ਫਸਟ ਪ੍ਰਾਈਜ਼ ਲੈ ਕੇ ਪਹਿਲੇ ਨੰਬਰ ਤੇ ਆਇਆ ਸੀ। ਬਹੁਤ ਸਾਰੇ ਜਿਹੜੇ ਢਾਡੀ ਕਲਾ ਨੂੰ, ਢਾਡੀ ਸਟੇਜਾਂ ਨੂੰ ਛੱਡ ਕੇ ਗਾਇਕੀ ਵਾਲੇ ਪਾਸੇ ਚਲੇ ਗਏ, ਕਿਉਂਕਿ ਉੱਥੇ ਕਦੇ ਵੀ ਕਿਸੇ ਗਾਇਕ ਪਾਸੋਂ ਪ੍ਰਬੰਧਕਾਂ ਨੇ ਇਹ ਗੱਲ ਮੰਗੀ ਨਹੀਂ, ਇਹ ਡੀਲ ਹੀ ਨਹੀਂ ਹੋਈ ਕਿ ਤੁਸੀਂ ਸਟੇਜ ਵਾਲੀ ਮਾਇਆ ਸਾਨੂੰ ਦੇਣੀ ਹੈ। ਸਗੋਂ ਲੱਖਾਂ ਵਿੱਚ ਮਾਇਆ ਵੀ ਦਿੱਤੀ ਜਾਂਦੀ ਹੈ ਤੇ ਸਟੇਜ ਵਾਲੀ ਮਾਇਆ ਵੱਲ ਵੀ ਕੋਈ ਝਾਕਦਾ ਨਹੀਂ। मैं बड़ा खुश हाँ कि मेरी तीजी पीढ़ी चल पई इस प्रोग्राम में, तो मैं आने वाले साडी जनरेशन तो मैं अपने बच्चों होर भी कहूँगा भी जिहड़ा गा मेरे घरे पड़ोता भी पैदा होवे वो भी ढाडी कला विच होवे। पंजाबी विरासत USA के दर्शकों का बहुत बहुत स्वागत है। मैं जगदेव सिंह जाचक हाज़र हाँ तुहाडे लई प्रोग्राम विरासती रंग लैके। ते अज दे इस प्रोग्राम विच ਅਸੀਂ ਢਾਡੀ ਜਗਤ ਦੀ ਇੱਕ ਬਹੁਤ ਹੀ ਸਤਿਕਾਰਤ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਢਾਡੀ ਜਗਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਗਤ ਦੀ ਸੇਵਾ ਕਰਕੇ ਗੁਰ ਇਤਿਹਾਸ ਦੁਆਰਾ ਆਪਣੇ ਜਥੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਚੰਗਾ ਨਾਮਣਾ ਖੱਟਿਆ ਹੈ। ਮੇਰੀ ਮੁਰਾਦ ਨੇ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਜਗਦੀਸ਼ ਸਿੰਘ ਜੀ ਤਿਹਾੜਾ। ਗਿਆਨੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜੋ ਚੈਨਲ ਵੇਖ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜਦ ਅਸੀਂ ਢਾਡੀ ਸ਼ਬਦ ਦੀ ਗੱਲ ਕਰਦੇ ਹਾਂ ਤੇ ਗੁਰਬਾਣੀ ਮੁਤਾਬਕ ਢਾਡੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿਫਤ ਕਰਨ ਵਾਲੇ ਨੂੰ ਆਖਿਆ,
ਜਿਹੜਾ ਰੱਬ ਦੀ ਸਿਫਤ ਵਿੱਚ ਜੁੜਦਾ ਉਹ ਹੈ ਢਾਡੀ। ਅਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਤੌਰ ਢਾਡੀ ਕਲਾ ਨੂੰ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਦੇ ਕੇ ਢਾਡੀਆਂ ਦੇ ਜ਼ਿੰਮੇ ਕੌਮ ਵਿੱਚ ਬੀਰ ਰਸ ਭਰਨ ਦੀ ਇੱਕ ਵੱਡੀ ਜ਼ਿੰਮੇਵਾਰੀ ਲਾਈ। ਅਤੇ ਤੁਸੀਂ ਇਸ ਮਹਾਨ ਸੇਵਾ ਨੂੰ ਕਿਵੇਂ ਅਪਣਾਇਆ? ਤੁਸੀਂ ਢਾਡੀ ਕਿਵੇਂ ਬਣੇ? ਸਭ ਤੋਂ ਪਹਿਲਾਂ ਜਾਸਕ ਸਾਹਿਬ ਤੁਹਾਡਾ ਬਹੁਤ ਵਧੀਆ ਸਵਾਲ ਹੈ। ਮੈਂ ਸਕੂਲ ਵਿੱਚ ਪੜ੍ਹਦਿਆਂ, ਜਦੋਂ ਮੈਂ ਚੌਥੀ ਪੰਜਵੀਂ 'ਚ ਪੜ੍ਹਦਾ ਸੀ ਅਤੇ ਸਕੂਲ ਦੇ ਵਿੱਚ ਉਦੋਂ ਬਾਲ ਸਭਾ ਲੱਗਦੀ ਹੁੰਦੀ ਸੀ ਸ਼ਨੀਚਰਵਾਰ ਨੂੰ। ਉਹਦੇ ਵਿੱਚ ਮੈਂ ਆਪਣੇ ਵੱਲੋਂ ਵਧੀਆ ਤੋਂ ਵਧੀਆ ਜਿਹੜੀ ਕਵਿਤਾ ਸੀ ਉਹ ਮੈਂ ਬੱਚਿਆਂ ਦੇ ਨਾਲ ਅਤੇ ਸਾਡੇ ਟੀਚਰਾਂ ਨਾਲ ਸਾਂਝੀ ਕਰਦਾ ਹੁੰਦਾ ਸੀ। ਹੌਲੀ ਹੌਲੀ ਉੱਥੋਂ ਫਿਰ ਮੈਨੂੰ ਇਹ ਜਿਹੜੀ ਲਗਨ ਸੀ ਢਾਡੀ ਰਾਗ ਦੀ, ਢਾਡੀ ਗਾਉਣ ਦੀ ਕਲਾ ਜਿਹੜੀ ਹੈ, ਇਹ ਬਹੁਤ ਲੰਬੇ ਸਮੇਂ ਤੋਂ ਮੇਰੇ ਇਹ ਮਨ ਦੀ ਮੁਰਾਦ ਸੀ। ਕਿਉਂਕਿ ਛੋਟੇ ਹੁੰਦਿਆਂ ਤੋਂ ਜਦੋਂ ਮੈਂ ਢਾਡੀ ਸੁਣਦਾ ਹਾਂ ਅਤੇ ਮੇਰੇ ਮਨ ਵਿੱਚ ਇਹ ਬਹੁਤ ਹੀ ਉਤਪੰਨ ਹੁੰਦਾ ਸੀ ਵੀ ਮੈਂ ਵੀ ਉਹ ਸਮਾਂ ਕਦੋਂ ਆਊਗਾ ਜਦੋਂ ਮੈਂ ਢਾਡੀ ਬਣਾਂਗਾ। ਅਤੇ ਮੇਰੇ ਮਨ ਵਿੱਚ ਇਹ ਬਹੁਤ ਲਾਲਸਾ ਸੀ ਢਾਡੀ ਬਣਨ ਦੀ। ਇਸ ਕਰਕੇ ਕੁਝ ਸਮਾਂ ਪਹਿਲਾਂ, ਤਕਰੀਬਨ ਅੱਜ ਤੋਂ 35-40 ਸਾਲ ਪਹਿਲਾਂ, ਸਾਡੇ ਗਿਆਨੀ ਜੀਤ ਸਿੰਘ ਜੀ ਹੁਣਾਂ ਨੇ ਜਾਂਗਪੁਰੀ ਗਿਆਨੀ ਹਰਚੰਦ ਸਿੰਘ ਜੀ ਦੇ ਨਾਲ ਬਲਦੇਵ ਸਿੰਘ ਬਿੱਲੂ ਅਤੇ ਇੱਕ ਢੋਲਕ ਮਾਸਟਰ ਉਹਨਾਂ ਦੇ ਨਾਲ ਇਹ ਤੂੰਬੀ ਸੁਰਾਂ ਵਾਲੀ 'ਤੇ ਗਾਉਂਦੇ ਸੀ ਔਰ ਇਹਨਾਂ ਨੇ ਬਾ ਕਮਾਲ ਦੀ ਗਾਇਕੀ ਕੀਤੀ ਔਰ ਮੈਨੂੰ ਬਹੁਤ ਵਧੀਆ ਲੱਗਿਆ। ਅਤੇ ਉਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਹੀ ਫਿਰ ਗੁਰੂ ਅਰਜਨ ਸਾਹਿਬ ਦੇ ਸ਼ਹਾਦਤ 'ਤੇ ਗਿਆਨੀ ਜੀ ਹੁਣਾਂ ਨੇ ਨਗਰ ਕੀਰਤਨ ਕੀਤਾ ਅਤੇ ਗਿਆਨੀ ਸੋਹਣ ਸਿੰਘ ਜੀ ਜਾਂਗਪੁਰ ਵਾਲੇ ਉਹ ਢਾਡੀ ਜਥਾ ਲੈ ਕੇ ਆਏ ਅਤੇ ਉਹਨਾਂ ਦੇ ਨਾਲ ਉਦੋਂ ਗੁਰਦਿਆਲ ਸਿੰਘ ਮਾਣੂਕੇ ਅਤੇ ਸੰਗੀ ਮਾਸਟਰ ਹਰੀ ਸਿੰਘ ਅਤੇ ਇੱਕ ਢਾਡੀ ਗਿਆਨੀ ਬੂਟਾ ਸਿੰਘ ਖੁਸ਼ਦਿਲ, ਜੋ ਬਾਅਦ ਵਿੱਚ ਮੇਰੇ ਜਥੇ ਨਾਲ ਵੀ ਸੇਵਾ ਕਰਦੇ ਰਹੇ ਉਹ। ਅਤੇ ਉਦੋਂ ਮੇਰੇ ਮਨ ਵਿੱਚ ਬੜੀ ਇਹ ਲਾਲਸਾ ਪੈਦਾ ਹੋਈ ਵੀ ਮੈਂ ਵੀ ਢਾਡੀ ਬਣਾ। ਅਤੇ ਇੱਥੋਂ ਫਿਰ ਮੇਰੇ ਮਨ ਵਿੱਚ ਇਹ ਢਾਡੀ ਕਲਾ ਦੀ ਜਿਹੜੀ ਉਤਪੰਨ ਪੈਦਾ ਹੋ ਗਈ ਮੇਰੇ। ਗਿਆਨੀ ਜੀ, ਫਿਰ ਹਰ ਇੱਕ ਕਲਾ ਨੂੰ ਸਿੱਖਣ ਲਈ ਕੋਈ ਨਾ ਕੋਈ ਉਸਤਾਦ ਜ਼ਰੂਰੀ ਹੁੰਦਾ, ਅਤੇ ਤੁਹਾਡੇ ਉਸਤਾਦ ਕੌਣ ਨੇ? ਮੇਰੇ ਉਸਤਾਦ ਜਾਚਕ ਸਾਹਿਬ, ਸਭ ਤੋਂ ਪਹਿਲਾਂ ਮੈਂ ਸ਼੍ਰੀ ਅਖੰਡ ਪਾਠ ਸਾਹਿਬ ਤੋਂ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਮੈਂ ਜਦੋਂ ਲੜੀਆਂ ਵਿੱਚ ਜਾਂਦਾ ਸੀ ਅਤੇ ਮਲੋਟ ਤੋਂ 18 ਕਿਲੋਮੀਟਰ ਇੱਕ ਪਿੰਡ ਹੈ ਬੱਲੂਆਣਾ, ਮੈਂ ਉੱਥੇ ਜਦੋਂ ਲੜੀ ਵਿੱਚ ਪਾਠ ਕਰਨ ਵਾਸਤੇ ਗਿਆ ਅਤੇ ਉੱਥੇ ਮੇਰਾ ਮਿਲਾਪ 1974 ਵਿੱਚ ਗਿਆਨੀ ਮਲ ਸਿੰਘ ਜੀ ਸੇਵਕ ਬਹਾਦਰ ਖੇੜਾ, ਉਹਨਾਂ ਦੇ ਭਤੀਜੇ ਗਿਆਨੀ ਗੁਰਚਰਨ ਸਿੰਘ ਜੀ ਢਾਲੀਵਾਲ ਅਤੇ ਉਹਨਾਂ ਦੇ ਬੇਟੇ ਜਿਹੜੇ ਸੀ ਗੁਰਜੰਟ ਸਿੰਘ, ਉਹਨਾਂ ਦੇ ਨਾਲ ਮੇਰਾ ਮਿਲਾਪ ਹੋਇਆ। ਅਤੇ ਉਹਨਾਂ ਤੋਂ ਹੀ ਮੈਂ ਹੌਲੀ ਹੌਲੀ ਇਹ ਵਿੱਦਿਆ ਲੈ ਕੇ ਅਤੇ ਉਹਨਾਂ ਦੇ ਨਾਲ ਹੀ ਮੈਂ 1975 ਤੋਂ ਲੈ ਕੇ 1998 ਤੱਕ ਮੈਂ ਉਹਨਾਂ ਦੇ ਨਾਲ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕੇ ਇਹ ਸੇਵਾ ਮੈਂ ਉਹਨਾਂ ਦੇ ਨਾਲ ਨਿਭਾਉਂਦਾ ਰਿਹਾ। ਗਿਆਨੀ ਜੀ, ਮਲੋਟ ਦੇ ਏਰੀਏ ਵਿੱਚ ਤੁਸੀਂ ਇੱਥੋਂ ਗਏ, ਕਿਉਂਕਿ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਤਿਹਾੜਾ, ਅਤੇ ਤੁਸੀਂ ਤਿਹਾੜੇ ਤੋਂ ਮਲੋਟ ਤੱਕ ਦਾ ਜਿਹੜਾ ਸਫ਼ਰ, ਤੁਹਾਡੇ ਅੰਦਰ ਢਾਡੀ ਕਲਾ ਦਾ ਇਸ਼ਕ ਸੀ, ਤੁਸੀਂ ਬਹਾਦਰ ਖੇੜੇ ਗਏ, ਉਹਨਾਂ ਨੂੰ ਉਸਤਾਦ ਧਾਰਿਆ। ਅਤੇ ਇੱਕ ਗੱਲ ਹੋਰ ਬੜੀ ਧਿਆਨ ਦੇਣ ਯੋਗ ਹੈ ਕਿ ਜਿਹੜੇ ਪਿਛਲੇ ਤੁਹਾਡੀ ਉਮਰ ਦੇ ਜਿਹੜੇ ਤੁਹਾਡੇ ਸਮਕਾਲੀ ਢਾਡੀ ਨੇ ਜਾਂ ਹੋਰ ਕੋਮਲ ਕਲਾਵਾਂ ਦੇ ਜਿਹੜੇ ਰਾਹੀ ਨੇ, ਉਹ ਅਕਸਰ ਹੀ ਦੱਸਦੇ ਨੇ ਕਿ ਜਦੋਂ ਕਿਸੇ ਉਸਤਾਦ ਤੋਂ ਕੋਈ ਗੁਣ ਲੈਣਾ ਹੁੰਦਾ ਸੀ ਅਤੇ ਉਸਤਾਦਾਂ ਦੀਆਂ ਮਾਰਾਂ ਵੀ ਖਾਣੀਆਂ ਪੈਂਦੀਆਂ ਸੀ ਅਤੇ ਉਸਤਾਦ ਬੜਾ ਟੁਣਕਾ ਕੇ ਵੇਖਦੇ ਸਨ, ਸੇਵਾ ਵੀ ਕਰਵਾਉਂਦੇ ਸਨ। ਅਤੇ ਤੁਹਾਨੂੰ ਇਹ ਕਲਾ ਸਿੱਖਣ ਲਈ ਕਿੰਨੀ ਕੁ ਮਿਹਨਤ ਕਰਨੀ ਪਈ, ਕਿੰਨੀ ਕੁ ਤੁਸੀਂ ਉਸਤਾਦਾਂ ਦੀ ਸੇਵਾ ਕੀਤੀ? ਜਾਜਕ ਸਾਹਿਬ, ਮੈਨੂੰ ਬਹੁਤ ਸਮਾਂ ਉੱਥੇ ਲੱਗਿਆ ਔਰ ਉੱਥੇ ਰਹਿ ਕੇ ਮੈਂ ਬਹੁਤ ਉਹਨਾਂ ਦੀ ਸੇਵਾ ਵੀ ਕੀਤੀ। ਉਹਨਾਂ ਦੇ ਘਰ ਦੇ ਕੰਮ ਉਹਨਾਂ ਸਮਿਆਂ ਦੇ ਵਿੱਚ ਮਕਾਨ ਕੱਚੇ ਸੀ, ਉੱਧਰ ਬਹੁਤ ਵੱਡੇ ਵੱਡੇ ਛੱਪੜ ਨੇ, ਉਹਨਾਂ ਛੱਪੜਾਂ ਦੇ ਵਿੱਚੋਂ ਮਿੱਟੀ ਲਿਆ ਕੇ ਉਹਦੀ ਕਹਾਣੀ ਕਰਕੇ ਅਤੇ ਉਹ ਮੈਂ ਲਿਪ ਪੋਚ ਕੇ ਉਹਨਾਂ ਦੇ ਕੋਠਿਆਂ ਦੀ ਵੀ ਸੇਵਾ ਕੀਤੀ, ਉਹਨਾਂ ਦੀ ਵੀ ਸੇਵਾ ਕੀਤੀ। ਜਦੋਂ ਬਾਹਰ ਜਾਂਦੇ ਸੀ ਉਹਨਾਂ ਦੀ ਲੀੜੇ ਕੱਪੜੇ ਧੋਣ ਦੀ ਸੇਵਾ, ਉਹਨਾਂ ਦੇ ਲੰਗਰ ਪ੍ਰਸ਼ਾਦਾ ਲਿਆ ਕੇ ਛਕਾਉਣ ਦੀ ਸੇਵਾ, ਬਹੁਤ ਜਾਣੀ ਦੀ ਲੰਮਾ ਸਮਾਂ ਮੈਂ ਇਹ ਸੇਵਾ ਕਰਕੇ ਅਤੇ ਇਸ ਕਲਾ ਨੂੰ ਮੈਂ ਪ੍ਰਾਪਤ ਕੀਤਾ। ਉਹਨਾਂ ਸਮਿਆਂ ਦੇ ਵਿੱਚ ਜਦੋਂ ਢਾਡੀ ਕਲਾ ਜਿਹੜੀ ਸੀ ਬੜੀ ਸਿੱਖਣੀ ਬਹੁਤ ਮੁਸ਼ਕਿਲ ਸੀ, ਉਹਨਾਂ ਸਮਿਆਂ ਦੇ ਵਿੱਚ ਮੈਂ ਬੜੀ ਮੁਸ਼ੱਕਤ ਅਤੇ ਮਿਹਨਤ ਘਰ ਨੂੰ ਤਿਆਗ ਕੇ ਮੈਂ ਬਹੁਤ ਲੰਮਾ ਸਮਾਂ 2-2 3-3 ਮਹੀਨੇ ਮੈਂ ਘਰੇ ਨਹੀਂ ਸੀ ਆਉਂਦਾ ਅਤੇ ਮੈਂ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਅਤੇ ਉਹਨਾਂ ਤੋਂ ਹੀ ਸਿੱਖਦਾ ਸੀ। ਇਹ ਇੱਕ ਬਹਾਦਰ ਖੇੜਾ ਪਿੰਡ ਹੈ ਜਿਹੜਾ ਹਬੋਰ ਦੇ ਨਾਲ ਆ, ਅਤੇ ਜਿਹੜਾ ਇਹ ਮਰੋੜ ਤੋਂ ਇੱਕ ਲਿੰਕ ਰੋਡ ਜਾਂਦਾ ਜਿਹਦੇ ਉੱਤੇ ਬਹਾਦਰ ਖੇੜਾ ਅਤੇ ਮਾਣੀ ਖੇੜਾ ਜਿਹੜਾ ਜਿੱਥੋਂ ਦਾ ਗੁੱਗੂ ਗੇਲਾ, ਉਹ ਇਹ ਲਾਗੇ ਪਿੰਡ ਨੇ। ਅਤੇ ਬਹੁਤ ਏਰੀਆ ਉਹ ਜਿਹੜਾ ਉੱਧਰ ਨਰਮੇ ਦੀ ਫਸਲ ਹੁੰਦੀ ਆ, ਕਿਨੂਆਂ ਦੇ ਬਾਗ ਬੜੇ ਨੇ, ਅਤੇ ਉੱਧਰ ਰਹਿਣ ਦਾ ਮੈਨੂੰ ਕਾਫੀ ਸਮਾਂ ਸੁਭਾਗ ਪ੍ਰਾਪਤ ਹੋਇਆ ਅਤੇ ਉੱਥੇ ਰਹਿ ਕੇ ਇਹ ਜਿਹੜੀ ਵਿੱਦਿਆ ਮੈਂ ਹਾਸਲ ਕੀਤੀ। ਅੱਛਾ ਗਿਆਨੀ ਜੀ, ਮਤਲਬ ਜਿਹੜਾ ਉਹ ਸਮਾਂ ਸੀ, ਤੁਸੀਂ ਉਸਤਾਦਾਂ ਦੀ ਸੇਵਾ ਵੀ ਕੀਤੀ ਅਤੇ ਇਹ ਗੁਣ ਪ੍ਰਾਪਤ ਕੀਤਾ, ਫਿਰ ਜਿਹੜੀ ਕਲਾ ਨੂੰ ਸਿੱਖਣਾ ਸੀ
ਉਹਦੇ ਲਈ ਵੀ ਬੜੀ ਮਿਹਨਤ ਦੀ ਲੋੜ ਸੀ, ਤੇ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਰਹੇ, ਤੇ ਜਿਹੜਾ ਉਹਨਾਂ ਦਾ ਸਿਖਾਉਣ ਦਾ ਤਰੀਕਾ ਸੀ ਉਹ ਕਿਸ ਤਰ੍ਹਾਂ ਦਾ ਸੀ, ਮਤਲਬ ਕਿਵੇਂ ਸਿਖਾਇਆ ਜਾਂਦਾ ਸੀ? ਅੱਜ ਦੇ ਤਰੀਕੇ ਨਾਲ ਕੋਈ ਫ਼ਰਕ ਸੀ? ਬਹੁਤ ਫ਼ਰਕ ਸੀ ਜੱਜ ਸਾਹਿਬ। ਉਹਨਾਂ ਸਮਿਆਂ ਦੇ ਵਿੱਚ ਜਦੋਂ ਮੇਰੇ ਉਸਤਾਦ ਬਹਿੰਦੇ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਵੀ ਇੱਕ ਕਾਪੀ ਤੇ ਪੈਨ ਲੈ ਕੇ ਆ। ਉਹ ਕਾਪੀ ਤੇ ਪੈਨ ਜਦੋਂ ਮੈਂ ਲੈ ਕੇ ਬੈਠਣਾ ਤੇ ਮੈਂ ਉਹਨਾਂ ਨੇ ਮੈਨੂੰ ਕਵਿਤਾ ਲਿਖਾਉਣੀਆਂ, ਉਹ ਕਵਿਤਾ ਮੈਂ ਲਿਖਣੀਆਂ। ਉਹਨਾਂ ਨੇ ਫਿਰ ਉਹ ਕਵਿਤਾ ਕਹਿਣਾ ਵੀ ਇਹਨਾਂ ਨੂੰ ਮੂੰਹ ਜ਼ਬਾਨੀ ਯਾਦ ਕਰਨਾ। ਮੂੰਹ ਜ਼ਬਾਨੀ ਯਾਦ ਕਰਕੇ ਮੇਰੇ ਉਸਤਾਦ ਗਿਆਨੀ ਗੁਰਚਰਨ ਸਿੰਘ ਜੀ ਢਾਲੀਵਾਲ, ਉਹ ਬੈਂਜੋ ਵਜਾਉਂਦੇ ਹੁੰਦੇ ਸੀ। ਸਾਡਾ ਜਥਾ ਬਹੁਤ ਚਿਰ ਬੈਂਜੋ 'ਤੇ ਰਿਹਾ। ਉਹ ਫਿਰ ਬੈਂਜੋ ਲੈ ਕੇ ਉਹਨੇ ਬੈਠਣਾ, ਮੈਨੂੰ ਢੱਡ ਫੜਾਉਣੀ, ਅਤੇ ਉਹ ਕਵਿਤਾ ਫਿਰ ਜਿਹੜੀ ਵੰਨਗੀ ਵਿੱਚ ਗਾਉਣੀ ਹੁੰਦੀ ਸੀ ਉਹ ਮੇਰੇ ਕੋਲ ਉਹਨਾਂ ਨੇ ਵੰਨਗੀ ਸੁਣਨੀ। ਫਿਰ ਜਿੱਥੇ ਮੈਂ ਗਲਤ ਹੋਣਾ ਮੈਨੂੰ ਝਿੜਕਣਾ ਵੀ ਉਹਨਾਂ ਨੇ, ਮੈਨੂੰ ਘੂਰਨਾ ਵੀ, ਕਈ ਵਾਰੀ ਇੱਥੋਂ ਤੱਕ ਕਿ ਮੇਰੇ ਲੱਤਾਂ ਵੀ ਵੱਜੀਆਂ। ਇਹ ਜਿਹੜੀ ਕਲਾ ਸਿੱਖਣ ਵਾਸਤੇ ਨਾ ਮੈਨੂੰ ਬਹੁਤ ਮੁਸ਼ੱਕਤ ਕਰਨੀ ਪਈ, ਅਤੇ ਜਿੰਨਾ ਚਿਰ ਮੈਂ ਉਹ ਕਵਿਤਾ ਨੂੰ ਸ਼ੁੱਧ ਨਹੀਂ ਸੀ ਕਰ ਲੈਂਦਾ ਉਹਨਾਂ ਚਿਰ ਮੇਰੀ ਉਹਦੀ ਰੈਸਲ ਚੱਲਦੀ ਰਹਿੰਦੀ ਸੀ। ਅਤੇ ਇਸ ਤਰ੍ਹਾਂ ਕਰਕੇ ਮੈਂ ਇਹ ਜਿਹੜੀ ਕਲਾ ਜੀ ਉਹਨਾਂ ਤੋਂ ਸਿੱਖੀ। ਗਿਆਨੀ ਜੀ, ਜਦੋਂ ਅਸੀਂ ਅਜੋਕੇ ਦੌਰ ਵੱਲ ਨਜ਼ਰ ਮਾਰਦੇ ਹਾਂ, ਅਜੋਕੇ ਦੌਰ ਵਿੱਚ ਹਰ ਕੋਈ ਸਿੱਖਣਾ ਵੀ ਚਾਹੁੰਦਾ ਹੈ, ਸਟਾਰ ਵੀ ਬਣਨਾ ਚਾਹੁੰਦਾ, ਪਰ ਮਿਹਨਤ ਕਰਨ ਲਈ ਕੋਈ ਰਾਜ਼ੀ ਨਹੀਂ। ਇਹ ਜਿਹੜਾ ਨਾ ਪੱਖੀ ਰਵੱਈਆ ਮਿਹਨਤ ਪ੍ਰਤੀ ਹੈ, ਹਾਲਾਂਕਿ ਬਾਕੀ ਜਿਹੜੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਲੋਕ ਬੜੀਆਂ ਮਿਹਨਤਾਂ ਕਰਦੇ ਨੇ, ਪਰ ਢਾਡੀ ਕਲਾ ਦਾ ਜਿਹੜਾ ਖੇਤਰ ਹੈ ਇਹਦੇ ਵਿੱਚ ਆਮ ਤੌਰ 'ਤੇ ਨੌਜਵਾਨ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਨੇ। ਅਤੇ ਇਹਦਾ ਕਾਰਨ ਤੁਸੀਂ ਕੀ ਸਮਝਦੇ ਹੋ? ਕੀ ਕਾਰਨ ਹੈ, ਮਿਹਨਤ ਕਿਉਂ ਨਹੀਂ ਕੀਤੀ ਜਾਂਦੀ? ਜੱਜ ਸਾਹਿਬ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈ। ਸਾਡੇ ਵੇਲਿਆਂ ਦੇ ਵਿੱਚ ਉਸਤਾਦਾਂ ਦੀ ਮਾਰ ਵੀ ਖਾਣੀ ਪੈਂਦੀ ਸੀ। ਅੱਜ ਕੀ ਆ, ਅੱਜ ਦੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਇੱਕ ਹੱਥ ਢੱਡ ਦਾ ਸਿੱਖ ਲਿਆ ਅਤੇ ਸਰੰਗੀ ਅਤੇ ਡੰਡੌਤ ਸਿੱਖ ਲਈ, ਡੰਡੌਤ ਬੰਦਨਾ ਅਨਕਵਾਰ। ਬਸ ਇਸ ਤੋਂ ਗਾਂਹ ਉਹ ਜਿਹੜੀ ਮਿਹਨਤ ਆ, ਜਦੋਂ ਬੰਦਾ ਪੈਸੇ ਕਮਾਉਣ ਲੱਗ ਜਾਂਦਾ ਮਿਹਨਤ ਉੱਥੇ ਹੀ ਖੜ੍ਹ ਜਾਂਦੀ ਆ। ਇਸ ਕਰਕੇ ਮੈਂ ਤਾਂ ਅੱਜ ਦੀ ਨੌਜਵਾਨੀ ਨੂੰ ਇਹ ਗੱਲ ਕਹੂੰਗਾ ਵੀ ਜਿੰਨੇ ਵੀ ਬੱਚੇ ਇਸ ਖੇਤਰ ਵਿੱਚ ਆਉਣੇ ਚਾਹੁੰਦੇ ਨੇ ਉਹ ਵੱਧ ਤੋਂ ਵੱਧ ਮਿਹਨਤ ਕਰਨ। ਜਿਹੜੀ ਢਾਡੀ ਵੰਨਗੀ ਆ, ਢਾਡੀ ਸ਼ੈਲੀ ਆ ਸਾਡੀ ਪੁਰਾਤਨ, ਜਿਨ੍ਹਾਂ ਦੇ ਵਿੱਚ ਮੈਂ ਜੇ ਨਾਂ ਲਵਾਂ, ਪੰਥ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਬਹੁਤ ਵੰਨਗੀਆਂ ਢਾਡੀ ਕਲਾ ਦੀਆਂ ਲਿਖੀਆਂ ਨੇ। ਗਿਆਨੀ ਦਇਆ ਸਿੰਘ ਜੀ ਦਿਲਬਰ ਜੀ ਹੋਏ ਨੇ, ਔਰ ਸਾਡੇ ਨਾਲ ਬੜਾ ਮਿਲਾਪ ਹੁੰਦਾ ਰਿਹਾ। ਬਹੁਤ ਸਟੇਜਾਂ 'ਤੇ ਅਸੀਂ ਇਕੱਠੇ ਵੀ ਹੋਏ, ਅਤੇ ਉਹਨਾਂ ਜਿਹੜੀਆਂ ਜਿਵੇਂ ਹੁਣ ਜੋੜੇ ਦਾ ਬੈਂਤ ਹੋਇਆ, ਕਲੀ ਹੋਈ ਜੋੜੇ ਦੀ, ਢਾਈਆ ਹੋ ਗਿਆ, ਜਿਵੇਂ ਪੂਰਨ ਹੋ ਗਿਆ, ਇਹ ਚੀਜ਼ਾਂ ਨੇ, ਜਾਂ ਤਲੰਗ ਦਾ ਸਾਕਾ ਹੋ ਗਿਆ, ਤਲੰਗ ਦਾ ਮਿਰਜ਼ਾ ਹੋ ਗਿਆ, ਜਿਹੜੀਆਂ ਇਹ ਢਾਡੀ ਸ਼ੈਲੀਆਂ ਸਾਡੀਆਂ ਪੁਰਾਤਨ ਆ, ਇਹ ਸਿੱਖਣ ਦੀ ਬਹੁਤ ਜ਼ਰੂਰਤ ਹੈ ਔਰ ਲੋੜ ਹੈ ਇਹਨਾਂ ਦੀ ਅੱਜ, ਤਾਂ ਕਿ ਸਾਡੀ ਜਿਹੜੀ ਢਾਡੀ ਕਲਾ ਇਹ ਸੁਰਜੀਤ ਰਹਿ ਸਕੇ। ਅਤੇ ਮੈਂ ਤਾਂ ਆਉਣ ਵਾਲੀ ਸਾਡੀ ਜਨਰੇਸ਼ਨ ਜਿਹੜੇ ਸਿੱਖਣਾ ਵੀ ਚਾਹੁੰਦੇ ਨੇ ਜਾਂ ਜਿਹੜੇ ਸਿੱਖ ਰਹੇ ਨੇ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰੂੰਗਾ ਵੀ ਢਾਡੀ ਕਲਾ ਜਿਹੜੀ ਆ ਇਹ ਬਹੁਤ ਵੱਡੀ ਕਲਾ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹਨੂੰ ਸਿੱਖਣ ਵਾਸਤੇ ਤੁਸੀਂ ਦਿਨ ਰਾਤ ਇੱਕ ਕਰਕੇ ਅਤੇ ਸਿਰ ਤੋੜ ਮਿਹਨਤ ਕਰਕੇ ਜੇ ਤੁਸੀਂ ਲੋਕਾਂ ਦੇ ਸਾਹਮਣੇ ਆਉਣਾ ਅਤੇ ਕੁਛ ਨਾ ਕੁਛ ਬਣ ਕੇ ਆਓ। ਇਹ ਮੇਰੀ ਉਹਨਾਂ ਨੂੰ ਬੇਨਤੀ ਹੈ। ਗਿਆਨੀ, ਜਦ ਤੁਸੀਂ ਇਹ ਢਾਡੀ ਕਲਾ ਦੀਆਂ ਪੁਰਾਤਨ ਵੰਨਗੀਆਂ ਦੀ ਗੱਲ ਕੀਤੀ ਹੈ, ਇਹ ਜਦੋਂ ਗਾਈਆਂ ਜਾਂਦੀਆਂ ਨੇ ਸਟੇਜ 'ਤੇ ਅਤੇ ਇੱਕ ਵੱਖਰਾ ਹੀ ਮਾਹੌਲ ਪੈਦਾ ਹੁੰਦਾ। ਜਿਹੜੇ ਸਾਡੇ ਪੁਰਾਣੇ ਸਾਡੇ ਵਿਦਵਾਨ ਬਜ਼ੁਰਗ ਢਾਡੀ ਸਨ ਉਹਨਾਂ ਨੇ ਇਹ ਵੰਨਗੀਆਂ ਬਣਾਈਆਂ। ਅਤੇ ਇੱਕ ਹੋਰ ਗੱਲ ਇੱਥੇ ਬੜੀ ਅਹਿਮ ਹੈ, ਜਿੱਥੇ ਇਹ ਵੰਨਗੀਆਂ ਸਹੀ ਤਰੀਕੇ ਨਾਲ ਗਾਈਆਂ ਜਾਣੀਆਂ ਚਾਹੀਦੀਆਂ ਨੇ, ਸਟੇਜਾਂ 'ਤੇ ਘੱਟ ਗਾਈਆਂ ਜਾਂਦੀਆਂ ਨੇ ਆਮ ਤੌਰ 'ਤੇ ਜਿਹੜੀ ਨੌਜਵਾਨ ਪੀੜ੍ਹੀ ਵੱਲੋਂ। ਹਾਲਾਂਕਿ ਥੋੜ੍ਹੇ ਨੌਜਵਾਨ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ ਜਿਹੜੇ ਮਿਹਨਤ ਕਰਕੇ ਇਹਨਾਂ ਵੰਨਗੀਆਂ ਨੂੰ ਗਾਉਂਦੇ ਨੇ, ਪਰ ਬਹੁਤਾਤ ਇਹਨਾਂ ਨੂੰ ਗਾਉਣ ਤੋਂ ਕੰਨੀ ਕਤਰਾਉਂਦੀ ਹੈ ਅਤੇ ਆਮ ਤੌਰ 'ਤੇ ਸਿੱਧੇ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਇੱਕ ਗੱਲ ਜਿਹੜੀ ਹੋਰ ਖ਼ਾਸ ਹੈ ਕਿ ਜਿਸ ਤਰ੍ਹਾਂ ਇਹ ਪੁਰਾਣੀਆਂ ਬੰਦਿਸ਼ਾਂ ਤਿਆਰ ਹੋ ਗਈਆਂ, ਕਿ ਆਉਣ ਵਾਲਾ ਜਿਹੜਾ ਹੁਣ ਦੌਰ ਚੱਲ ਰਿਹਾ, ਸਮਾਂ ਚੱਲ ਰਿਹਾ, ਇਸ ਸਮੇਂ ਵਿੱਚ ਸਾਡੇ ਢਾਡੀ ਆਪ ਕੋਈ ਨਵੀਆਂ ਇਸ ਤਰ੍ਹਾਂ ਦੀਆਂ ਵੰਨਗੀਆਂ ਬਣਾ ਸਕਦੇ ਨੇ? ਕੀ ਬਣਾਈਆਂ ਜਾ ਸਕਦੀਆਂ ਨੇ? ਬਹੁਤ ਵਧੀਆ ਢਾਡੀ ਨੇ ਜਿਹੜੇ ਪੁਰਾਤਨ, ਔਰ ਜਿਵੇਂ ਗਿਆਨੀ ਅਮਰ ਸਿੰਘ ਜੀ ਸ਼ੌਂਕੀ ਸੀ, ਉਹਨਾਂ ਨੇ ਢਾਡੀ ਰੰਗ ਨੂੰ ਹੋਰ ਵੰਨਗੀਆਂ ਵਿੱਚ ਵੀ ਗਾਇਆ ਔਰ ਬਹੁਤ ਵਧੀਆ ਗਾਇਆ। ਅਤੇ ਅੱਜ ਵੀ ਜਿਹੜੇ ਕਈ ਮਿਹਨਤਕਸ਼ ਮੁੰਡੇ ਨੇ, ਨੌਜਵਾਨ ਨੇ ਜਾਂ ਪੁਰਾਤਨ ਢਾਡੀ ਨੇ, ਉਹ ਨਵਾਂ ਰੰਗ ਦੇ ਰਹੇ ਨੇ ਇਹਨਾਂ ਚੀਜ਼ਾਂ ਨੂੰ ਔਰ ਬਹੁਤ ਵਧੀਆ ਨੇ। ਜਿਵੇਂ ਹੁਣ ਸਾਡੇ ਪੁਰਾਣੇ ਢਾਡੀ ਨੇ, ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਜਦੋਂ ਗਾਉਂਦੇ ਨੇ ਉਹਨਾਂ ਦਾ ਜਿਹੜਾ ਨਜ਼ਾਰਾ ਕੁਝ ਵੱਖਰਾ ਹੀ ਹੈ ਜੀ। ਅੱਜ ਕੱਲ੍ਹ ਸਾਡੇ ਢਾਡੀ ਜਿਹੜੇ ਨਵੇਂ ਯੁੱਗ ਦੇ ਮੁੰਡੇ ਨੇ ਉਹ ਬੜਾ ਤਰਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ, ਅਤੇ ਤਰਜ਼ਾਂ ਦੇ ਵਿੱਚ ਜਿਹੜਾ ਢਾਡੀ ਰਾਗ ਹੈ, ਸਾਡਾ ਢਾਡੀ ਵੰਨਗੀ ਜਿਹੜੀ ਉਹ ਵਿਗੜਦੀ ਜਾ ਰਹੀ ਆ। ਅਤੇ ਢਾਡੀ ਰਾਗ ਜਿਹੜਾ ਬਹੁਤ ਜ਼ਰੂਰੀ ਆ। ਜਿਵੇਂ ਅੱਗੇ ਢਾਡੀ ਅਸੀਂ ਸੁਣਦੇ ਸੀ, ਅਸੀਂ ਵੀ ਢਾਡੀ ਕਲਾ ਵਿੱਚ ਜਦੋਂ ਸ਼ੁਰੂ ਕਰਨਾ ਅਤੇ ਸਭ ਤੋਂ ਪਹਿਲਾਂ ਅਲੰਕਾਰ, ਅਲੰਕਾਰ ਤੋਂ ਬਾਅਦ ਕਵਿੱਤ ਲਾਉਣਾ, ਚਾਹੇ ਉਹ ਪਹਾੜੀ ਦਾ ਹੋਵੇ, ਚਾਹੇ ਉਹ ਸਾਰੰਗ ਦਾ ਹੋਵੇ, ਚਾਹੇ ਹੋਰ ਕਿਸੇ ਤਰ੍ਹਾਂ ਦਾ ਵੀ ਹੋਵੇ। ਉੱਥੋਂ ਜਿਹੜੀ ਢਾਡੀ ਕਲਾ ਦੀ ਜਿਹੜੀ ਸੀ ਇਹ ਸ਼ੁਰੂਆਤ ਹੁੰਦੀ ਸੀ।
ਤੇ ਅੱਜ ਜਿਹੜੀ ਅੱਜ ਦੇ ਸਮੇਂ ਦੇ ਅੰਦਰ ਸਾਡੀ ਢਾਡੀ ਕਲਾ ਨੂੰ ਜਿਹੜਾ ਉਹ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਹੋਰ ਬਹੁਤ ਸਾਰੀਆਂ ਕਵਿਤਾ ਨੇ ਜਿਹੜੀਆਂ ਢਾਡੀ ਗਾ ਕੇ ਤੇ ਇਹ ਆਪਦਾ ਅਲੰਕਾਰ ਸ਼ੁਰੂ ਕਰਦੇ ਨੇ ਜਾਂ ਉਹਦਾ ਮੁੱਢ ਬੰਨ੍ਹਦੇ ਨੇ। ਤੇ ਚੰਗਾ ਹੋਵੇ ਜੇਕਰ ਢਾਡੀ ਕਲਾ ਨੂੰ ਬਹੁਤ ਵਧੀਆ ਵੰਨਗੀ ਵਿੱਚ ਗਾ ਕੇ ਸੰਗਤਾਂ ਦੇ ਸਨਮੁਖ ਪੇਸ਼ ਕੀਤਾ ਜਾਏ। ਤੇ ਬਹੁਤ ਲੋਕ ਖੁਸ਼ ਵੀ ਹੁੰਦੇ ਨੇ ਇਸ ਗੱਲ ਤੋਂ ਵੀ ਢਾਡੀ ਕਲਾ ਜਿਹੜੀ ਹੈ ਕਈ ਢਾਡੀਆਂ ਨੇ ਸਾਂਭੀ ਹੈ ਔਰ ਇਹਨੂੰ ਲੋੜ ਵੀ ਹੈ ਸਾਂਭਣ ਦੀ ਅੱਜ ਦੇ ਯੁੱਗ ਵਿੱਚ, ਕਿਉਂਕਿ ਬਹੁਤ ਸਾਰਾ ਯੁੱਗ ਜਿਹੜਾ ਸਾਡੇ ਕੋਲ ਕਲਾ ਦਾ ਯੁੱਗ ਆ ਤੇ ਕਲਾਕਾਰਾਂ ਦੀ ਜਿਹੜੇ ਸਾਡੀ ਢਾਡੀ ਨੇ ਅਸੀਂ ਬਹੁਤ ਰੀਸ ਕਰ ਰਹੇ ਹਾਂ। ਇਸ ਕਰਕੇ ਕੁਝ ਸਮੇਂ ਤੋਂ ਸਾਡਾ ਢਾਡੀ ਰਾਗ ਜਿਹੜਾ ਇਹ ਵਿਸਰਦਾ ਵੀ ਜਾ ਰਿਹਾ ਹੈ। ਤੁਸੀਂ ਕਹਿੰਦੇ ਦੀ ਗੱਲ ਕੀਤੀ ਕਿ ਇਸ ਕਲਾ ਨੂੰ ਸਾਂਭਣਾ ਚਾਹੀਦਾ, ਪੁਰਾਣੀਆਂ ਜਿਹੜੀਆਂ ਵੰਨਗੀਆਂ ਨੇ ਉਹਨਾਂ ਨੂੰ ਗਾਉਣਾ ਚਾਹੀਦਾ। ਅਤੇ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਕੀ ਨਵੀਆਂ ਵੰਨਗੀਆਂ ਇਸੇ ਤਰ੍ਹਾਂ ਦੀਆਂ ਜਿਵੇਂ ਪੁਰਾਣੀਆਂ ਵੰਨਗੀਆਂ ਨੇ, ਜੋੜੇ ਦੀ ਕਲੀ ਹੈ ਜਾਂ ਬਾਕੀ ਵੰਨਗੀਆਂ ਨੇ, ਵਾਰ ਹੈ, ਢਾਈਆ ਹੈ, ਇਸ ਤਰ੍ਹਾਂ ਦੀਆਂ ਵੰਨਗੀਆਂ ਜਿਵੇਂ ਬੈਂਤ ਨੂੰ ਕਈ ਤਰੀਕਿਆਂ ਨਾਲ ਪਹਿਲਾਂ ਵੀ ਗਾਇਆ ਜਾਂਦਾ ਸੀ, ਕਿ ਹੋਰ ਵੀ ਕੋਈ ਇਹੋ ਜਿਹਾ ਤਰੀਕਾ ਲੱਭਿਆ ਜਾ ਸਕਦਾ ਹੈ ਜਿਸ ਵਿੱਚ ਬੈਂਤ ਨੂੰ ਵਧੀਆ ਤਰੀਕੇ ਨਾਲ ਗਾਇਆ ਜਾਵੇ ਜਾਂ ਹੋਰ ਵੰਨਗੀਆਂ ਨੂੰ ਗਾਇਆ ਜਾਵੇ? ਕੀ ਇਹ ਸੰਭਵ ਹੈ? ਇਹ ਹੋ ਸਕਦਾ ਹੈ? ਸਾਡੇ ਤੁਹਾਡੇ ਮੁਤਾਬਕ ਜਿਹੜੇ ਸਾਡੇ ਮੌਜੂਦਾ ਢਾਡੀ ਨੇ ਇਹਨਾਂ ਕੋਲ ਇੰਨੀ ਕਲਾ ਜਾਂ ਸਮਰੱਥਾ ਹੈ? ਦੇਖੋ ਜੀ ਜੱਜ ਸਾਹਿਬ, ਜੇ ਹੋ ਜੇ ਤਾਂ ਬਹੁਤ ਚੰਗੀ ਗੱਲ ਆ। ਜਿਵੇਂ ਹੁਣ ਬੈਂਤ ਆ, ਬੈਂਤ ਨੂੰ ਅਸੀਂ ਕਈ ਤਰਜ਼ਾਂ ਵਿੱਚ ਗਾ ਦਿੰਦੇ ਹਾਂ। ਬੈਂਤ ਉਹੀ ਆ, ਉਹਦੇ ਅੱਖਰ ਇੰਨੇ ਨਹੀਂ ਉਹਦੇ, ਅਤੇ ਉਹਨੂੰ ਜੋੜੇ 'ਚ ਵੀ ਗਾਇਆ ਜਾਂਦਾ, ਉਹਨੂੰ ਸਿਆਲਕੋਟੀ ਤਰਜ਼ 'ਚ ਵੀ ਗਾਇਆ ਜਾਂਦਾ, ਉਹਨੂੰ ਭੈਰਵੀ 'ਚ ਵੀ ਗਾਇਆ ਜਾਂਦਾ, ਅਤੇ ਉਹਨੂੰ ਸਾਰੰਗ ਦਾ ਇੱਕ ਬੈਂਤ ਆ ਉਹ ਵੀ ਉਹਦੇ 'ਚ ਵੀ ਗਾਇਆ ਜਾਂਦਾ। ਇਸ ਕਰਕੇ ਚੰਗਾ ਹੋਵੇ ਜੇਕਰ ਕੋਈ ਚੰਗੇ ਵਧੀਆ ਢਾਡੀ ਅੱਗੇ ਆਉਣ ਅਤੇ ਇਹਨਾਂ ਵੰਨਗੀਆਂ ਨੂੰ ਹੋਰ ਰੰਗ ਦੇ ਕੇ ਅਤੇ ਢਾਡੀ ਕਲਾ ਦੇ ਵਿੱਚ ਉਹਨਾਂ ਨੂੰ ਹੋਰ ਸ਼ਾਮਲ ਕੀਤਾ ਜਾਵੇ ਤਾਂ ਕਿ ਜਿਹੜੀ ਸਾਡੀ ਢਾਡੀ ਕਲਾ ਇਸੇ ਤਰ੍ਹਾਂ ਸਰਜੀਤ ਰਹੇ। ਗਿਆਨੀ ਜੀ, ਕਿਉਂਕਿ ਇੱਕ ਗੱਲ ਮਹਿਸੂਸ ਕੀਤੀ ਜਾਂਦੀ ਜਦੋਂ ਆਮ ਤੌਰ 'ਤੇ ਜੱਥਾ ਬਾਹਰਲੇ ਦੇਸ਼ ਵਿੱਚ ਜਾਂਦਾ ਅਤੇ ਤੁਸੀਂ ਆਪ ਇਹ ਤੁਹਾਨੂੰ ਬਹੁਤ ਵੱਡਾ ਤਜਰਬਾ ਹੈ ਕਿ ਬਾਹਰਲੇ ਦੇਸ਼ ਵਿੱਚ ਗਏ ਜੱਥੇ ਹਰ ਰੋਜ਼ ਇੱਕੋ ਸਟੇਜ 'ਤੇ ਜਿਸ ਜੱਥੇ ਨੇ ਮਹੀਨਾ ਜਾਂ 6 ਮਹੀਨੇ ਲਾਉਣੇ ਨੇ ਅਤੇ ਉਹਨਾਂ ਨੂੰ ਹਰ ਰੋਜ਼ ਜਿਹੜਾ ਪ੍ਰਸੰਗ ਆਉਣਾ ਉਹਦੇ ਵਿੱਚ ਨਵੀਂ ਕਵਿਤਾ ਦੀ ਲੋੜ ਹੈ। ਅਤੇ ਜੇ ਹਰ ਰੋਜ਼ ਇੱਕੋ ਤਰ੍ਹਾਂ ਦੀ ਕਵਿਤਾ ਗਾਈ ਜਾਵੇ ਤਾਂ ਉਹ ਵੀ ਟੇਸਟ ਨਹੀਂ ਬਣਦਾ। ਬਦਲਾਅ ਜ਼ਰੂਰੀ, ਇਸ ਕਰਕੇ ਕਲਾ ਦੇ ਵਿੱਚ ਵੰਨਗੀਆਂ ਹੋਰ ਵੀ ਹੋਣੀਆਂ ਚਾਹੀਦੀਆਂ ਨੇ। ਅਤੇ ਵੱਡੀ ਗੱਲ ਕਿ ਹੁਣ ਜਿਹੜਾ ਇਹ ਦੌਰ ਚੱਲ ਰਿਹਾ ਹੈ, ਅਸੀਂ ਤਰਜ਼ਾਂ ਦੀ ਗੱਲ ਕਰਦੇ ਹਾਂ। ਖੈਰ ਕੁਦਰਤ ਦਾ ਇੱਕ ਨਿਯਮ ਵੀ ਹੈ ਕਿ ਹਰ ਇੱਕ ਚੀਜ਼ ਵਿੱਚ ਤਬਦੀਲੀ ਹੁੰਦੀ ਹੈ, ਪਰ ਤਬਦੀਲੀ ਉਸਾਰੂ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਖੈਰ ਜੇ ਤਰਜ਼ਾਂ ਵੀ ਗਾਈਆਂ ਜਾਂਦੀਆਂ ਨੇ ਅਤੇ ਨਾਲੋਂ ਨਾਲ ਢਾਡੀ ਕਲਾ ਦੀਆਂ ਪੁਰਾਤਨ ਵੰਨਗੀਆਂ ਵੀ ਢਾਡੀਆਂ ਨੂੰ ਵਿਸਾਰਨੀਆਂ ਜਾਂ ਭੁਲਾਉਣੀਆਂ ਨਹੀਂ ਚਾਹੀਦੀਆਂ। ਅਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਢਾਡੀ ਕਲਾ ਜਿਹੜੀ ਪੁਰਾਣੀ ਹੈ, ਪੁਰਾਣੀਆਂ ਵੰਨਗੀਆਂ ਨੇ, ਇਹਨਾਂ ਨੂੰ ਸਾਂਭਣ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਕੀ ਕਰਨਾ ਚਾਹੀਦਾ? ਵੇਖੋ ਜੀ ਜੱਜ ਸਾਹਿਬ, ਤੁਸੀਂ ਬਾਹਰ ਦੀ ਗੱਲ ਕੀਤੀ ਆ। ਮੈਂ 2018 ਵਿੱਚ ਅਸੀਂ ਬਾਹਰ ਗਿਆ ਸੀ, ਮੇਰਾ ਜਥਾ, ਅਤੇ ਅਸੀਂ ਇੱਕੋ ਥਾਂ 'ਤੇ 6 ਮਹੀਨੇ ਲਾਏ ਨੇ। ਔਰ ਉੱਥੇ ਤੁਹਾਨੂੰ ਪਤਾ ਹੀ ਆ ਵੀ ਬਾਹਰ ਜਿਹੜਾ ਉਹ ਪ੍ਰੋਗਰਾਮ ਹੈ ਜਿਹੜਾ ਉਹ ਲਾਈਵ ਚੱਲਦਾ, ਰੇਡੀਓ 'ਤੇ ਚੱਲਦਾ, ਟੈਲੀਵਿਜ਼ਨਾਂ 'ਤੇ ਚੱਲਦਾ, ਅਤੇ ਉੱਥੇ ਤਾਂ ਰੋਜ਼ ਹੀ ਨਵੀਂ ਬੰਦਨਾ ਕਹਿਣੀ ਪੈਂਦੀ ਆ ਅਤੇ ਨਵਾਂ ਹੀ ਉੱਥੇ ਇਤਿਹਾਸ ਰੋਜ਼ ਕਹਿਣਾ ਪੈਂਦਾ। ਉਹਦੇ ਵਿੱਚ ਬਹੁਤ ਜ਼ਿਆਦਾ ਢਾਡੀਆਂ ਨੂੰ ਵੀ ਅਤੇ ਪ੍ਰਚਾਰਕ ਨੂੰ ਵੀ ਬਹੁਤ ਮਿਹਨਤ ਦੀ ਲੋੜ ਆ। ਔਰ ਢਾਡੀ ਵੰਨਗੀ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜੇ ਇਹਦੇ 'ਚ ਵਾਧਾ ਕੀਤਾ ਜਾਵੇ, ਜਿਵੇਂ ਹੁਣ ਬਹੁਤ ਵਧੀਆ ਲੇਖਕ ਨੇ, ਮੈਂ ਗੱਲ ਵਿਦਵਾਨ ਦੀ ਕਰਨ ਲੱਗਿਆ ਜੋ ਬਹੁਤ ਵਧੀਆ ਵਿਦਵਾਨ ਵੀ ਨੇ ਅਤੇ ਜਿਨ੍ਹਾਂ ਦੀ ਕਲਮ ਵੀ ਬਹੁਤ ਵਧੀਆ। ਮੇਰੇ ਕਹਿਣ ਤੋਂ ਮੁਰਾਦ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ, ਜਿਨ੍ਹਾਂ ਦੀਆਂ ਕਵਿਤਾ ਨੂੰ ਸਟੇਜਾਂ 'ਤੇ ਗਾ ਕੇ ਬੜਾ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਔਰ ਬੜੀਆਂ ਅਸਰਦਾਰ ਨੇ। ਭਾਵੇਂ ਉਹ ਤਰਜ਼ਾਂ ਹੀ ਲਿਖਦੇ ਨੇ ਪਰ ਉਹਨਾਂ ਦੀ ਤਰਜ਼ ਵਿੱਚ ਵੀ ਬਹੁਤ ਅਸਰ ਹੈ। ਅਤੇ ਜਿਹੜੇ ਗਾਉਣ ਵਾਲੇ ਨੇ, ਜਿਵੇਂ ਬੱਲ ਸਾਹਿਬ ਗਾਉਂਦੇ ਨੇ ਜਾਂ ਸੁਮਨ ਸਾਹਿਬ ਦੇ ਨਾਲ ਸ਼ਮਸ਼ੇਰ ਸਿੰਘ ਖਡੂਰ ਨੇ, ਮੇਰਾ ਬੇਟਾ ਮੱਖਣਦੀਪ ਵੀ ਉਹਨਾਂ ਦੇ ਨਾਲ ਸਰੰਗੀ ਵਜਾਉਂਦਾ ਹੈ। ਜਾਣੀ ਦੀ ਮੈਂ ਵੀ ਗਾਉਣਾ, ਮੇਰੇ ਸਾਥੀ ਵੀ ਉਹ ਕਵਿਤਾ ਗਾਉਂਦੇ ਨੇ ਅਤੇ ਮਾਝੇ ਦੇ ਬਹੁਤ ਸਾਰੇ ਕਵੀਸ਼ਰ ਵੀ ਗਾਉਂਦੇ ਨੇ ਔਰ ਬਹੁਤ ਵਧੀਆ। ਇਹ ਜੇ ਰਲਾ ਮਿਲਾ ਕੇ ਗਾਇਆ ਜਾਵੇ ਤਾਂ ਮੈਂ ਤਾਂ ਇੱਕ ਗੱਲ ਕਹੂੰਗਾ, ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ, ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਗੀਤ ਗਾਉਣੇ ਮਾੜੇ ਨਹੀਂ, ਵਧੀਆ ਨੇ, ਪਰ ਬਹੁਤ ਵਧੀਆ ਗੀਤ ਜਿਹੜੇ ਭਮੱਦੀ ਸਾਹਿਬ ਲਿਖਦੇ ਨੇ ਉਹ ਭਾਵੇਂ ਤਰਜ਼ਾਂ ਹੋਣ ਭਾਵੇਂ ਕੁਛ ਹੋਣ, ਪਰ ਉਹ ਅੱਜ ਦੇ ਯੁੱਗ ਵਿੱਚ ਬਹੁਤ ਵਧੀਆ ਨੇ, ਬਹੁਤ ਪ੍ਰਭਾਵੀ ਨੇ, ਬਹੁਤ ਅਸਰਦਾਰ ਨੇ। ਇਸ ਲਈ ਢਾਡੀ ਸ਼ੈਲੀ ਦੇ ਵਿੱਚ ਜਿੱਥੇ ਅਸੀਂ ਢਾਡੀ ਸ਼ੈਲੀ ਨੂੰ ਲੋਕਾਂ ਦੇ ਸਾਹਮਣੇ ਗਾਉਂਦੇ ਹਾਂ, ਉੱਥੇ ਜੇ ਗੀਤ ਵੀ ਗਾਏ ਜਾਣ ਤਾਂ ਬਹੁਤ ਵਧੀਆ। ਇਸ ਲਈ ਵੱਖ ਵੱਖ ਸਮਿਆਂ ਦੇ ਅੰਦਰ ਜ਼ਮਾਨੇ ਦੇ ਨਾਲ
ਇਹ ਗੀਤ ਵੀ ਬਹੁਤ ਜ਼ਰੂਰੀ ਨੇ। ਗਿਆਨੀ ਜੀ, ਜਦ ਅਸੀਂ ਢਾਡੀ ਕਲਾ ਬਾਰੇ, ਢਾਡੀ ਸਫ਼ਰ ਬਾਰੇ ਗੱਲ ਕਰਦੇ ਹਾਂ, ਤੁਸੀਂ 1975 ਤੋਂ ਇਸ ਖੇਤਰ ਵਿੱਚ ਆਏ ਅਤੇ 1975 ਤੋਂ ਲੈ ਕੇ ਫਿਰ ਤੁਸੀਂ ਕਿਹੜੇ ਜੱਥਿਆਂ ਦੇ ਨਾਲ ਸੇਵਾਵਾਂ ਕੀਤੀਆਂ ਅਤੇ ਉਸ ਤੋਂ ਬਾਅਦ ਆਪਣਾ ਢਾਡੀ ਜੱਥਾ ਤੁਸੀਂ ਕਦੋਂ ਬਣਾਇਆ? ਮੈਂ ਜਾਚਕ ਸਾਹਿਬ 1975 ਤੋਂ ਲੈ ਕੇ ਵਿੱਚੋਂ 1998 ਤੱਕ ਮੈਂ ਗਿਆਨੀ ਮੱਲ ਸੋਹਣਾ ਦੇ ਨਾਲ ਰਿਹਾ, ਔਰ ਵਿੱਚ ਕਿਤੇ ਜਦੋਂ ਆਉਣ ਦਾ ਸਮਾਂ ਮਿਲਿਆ ਮੈਂ ਕੁਝ ਸਮਾਂ ਗਿਆਨੀ ਹਰਨਾਮ ਸਿੰਘ ਸ਼ੇਰਪੁਰੀ ਫਰੀਦਕੋਟ ਵਾਲੇ, ਉਹਨਾਂ ਦਾ ਬੇਟਾ ਗੁਰਦੇਵ ਸਿੰਘ BA, ਉਹਨਾਂ ਦੇ ਨਾਲ, ਅਤੇ ਉਸ ਤੋਂ ਬਾਅਦ ਕੁਝ ਸਮਾਂ ਮੈਨੂੰ ਗਿਆਨੀ ਤੇਜਾ ਸਿੰਘ ਜੀ ਤੂਫਾਨ ਬਠਿੰਡੇ ਵਾਲੇ, ਉਹਨਾਂ ਦੇ ਨਾਲ ਵੀ ਰਹਿਣ ਦਾ ਸਮਾਂ ਪ੍ਰਾਪਤ ਹੋਇਆ। ਉਸ ਤੋਂ ਬਾਅਦ ਮੈਂ ਸਿੱਖ ਮਿਸ਼ਨ ਕੁਰੂਕਸ਼ੇਤਰ ਵਿੱਚ ਗਿਆਨੀ ਸੁਦਾਗਰ ਸਿੰਘ ਜੀ ਰਸੀਲਾ, ਜੋ ਗਿਆਨੀ ਗੁਰਮੇਲ ਸਿੰਘ ਅੱਬੂਵਾਲ ਦੇ ਪਿਤਾ ਨੇ, ਮੈਨੂੰ ਅਤੇ ਕਪੂਰ ਸਿੰਘ ਨੂੰ ਥੋੜ੍ਹਾ ਜਿਹਾ ਸਮਾਂ ਉੱਥੇ ਰਹਿਣ ਦਾ ਵੀ ਸੁਭਾਗ ਪ੍ਰਾਪਤ ਹੋਇਆ। ਵੈਸੇ ਮੈਂ ਪ੍ਰੋਗਰਾਮਾਂ 'ਤੇ ਕਈ ਢਾਡੀ ਜਥਿਆਂ ਨਾਲ ਗਾਇਆ ਸਟੇਜਾਂ 'ਤੇ, ਅਤੇ ਮੈਂ ਆਪਣਾ ਜਥਾ ਜਿਹੜਾ ਸੀ 1998 ਤੋਂ ਮੈਂ ਆਪਣਾ ਜਥਾ ਬਣਾਇਆ, ਅਤੇ ਉਦੋਂ ਤੋਂ ਬਾਅਦ ਮੈਂ ਆਪਣਾ ਜਥਾ ਬਣਾ ਕੇ ਅਤੇ 17 ਤੱਕ ਮੈਂ ਸੇਵਾ ਕੀਤੀ ਹੈ। ਗਿਆਨੀ ਜੀ, ਤੁਸੀਂ 1998 ਤੱਕ ਵੱਖ-ਵੱਖ ਜੱਥਿਆਂ ਵਿੱਚ ਵਿਚਰੇ ਅਤੇ 1998 ਵਿੱਚ ਆਪਣਾ ਢਾਡੀ ਜਥਾ ਬਣਾਇਆ। ਇਸ ਤੋਂ ਇਲਾਵਾ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਦੋਂ ਭਰਤੀ ਹੋਏ? ਮੈਂ ਜੀ 1987 ਦੇ ਵਿੱਚ ਸਹਾਇਕ ਢਾਡੀ ਭਰਤੀ ਹੋਇਆ ਸੀ ਗਿਆਨੀ ਮੱਲ ਸਿੰਘ ਉਹਨਾਂ ਦੇ ਨਾਲ, ਅਤੇ 1985 ਦੇ ਵਿੱਚ ਜਥਾ ਉਹਨਾਂ ਦੇ ਬੇਟੇ ਗੁਰਜੰਟ ਸਿੰਘ ਦੇ ਨਾਲ ਲੱਗ ਗਿਆ ਸੀ, ਅਤੇ ਉਦੋਂ ਬਾਅਦ ਮੈਂ 1998 ਤੱਕ ਉਹਨਾਂ ਦੇ ਨਾਲ ਰਿਹਾ ਜੀ। ਅਤੇ 1998 ਤੋਂ ਬਾਅਦ ਫਿਰ ਮੈਂ ਆਪਣਾ ਜਥਾ ਬਣਾਇਆ, ਅਤੇ ਆਪਣਾ ਜਥਾ ਬਣਾ ਕੇ ਮੈਂ ਅੱਜ ਤੱਕ ਸੇਵਾ ਕਰਦਾ ਰਿਹਾ, ਅਤੇ 2017 ਤੱਕ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾਈ। 1998 ਤੋਂ ਆਪਣਾ ਜਥਾ ਬਣਾ ਕੇ 1987 ਤੋਂ ਲੈ ਕੇ 98 ਤੱਕ ਮੈਂ ਉਹਨਾਂ ਦੇ ਜਥੇ ਵਿੱਚ ਸੇਵਾ ਨਿਭਾਉਂਦਾ ਰਿਹਾ, ਅਤੇ ਅੱਜ ਵੀ ਮੈਂ ਆਪਣਾ ਜਥਾ ਬਣਾ ਕੇ ਚਲਾ ਰਿਹਾ ਜੀ। ਗਿਆਨੀ ਜੀ, ਜਦ ਤੁਸੀਂ ਆਪਣਾ ਜਥਾ ਬਣਾਇਆ ਅਤੇ ਤੁਹਾਡੇ ਨਾਲ ਪਹਿਲੇ ਸਾਥੀ ਕਿਹੜੇ ਸਨ? ਪਹਿਲੇ ਸਾਥੀ ਜੀ ਮੇਰੇ ਨਾਲ ਜਦੋਂ ਮੇਰੀ ਨਿਯੁਕਤੀ ਹੋਈ ਮੇਰੇ ਸਾਥੀਆਂ ਦੀ, ਅਤੇ ਸਭ ਤੋਂ ਪਹਿਲਾਂ ਮੇਰੇ ਨਾਲ ਕਪੂਰ ਸਿੰਘ ਤਲਵਾੜਾ ਅਤੇ ਗਿਆਨੀ ਬੂਟਾ ਸਿੰਘ ਖੁਸ਼ਦਿਲ ਮੁੱਲਾਂਪੁਰ ਵਾਲੇ, ਉਹਨਾਂ ਨੇ ਮੇਰੇ ਨਾਲ ਕਾਫੀ ਸਮਾਂ ਲਾਇਆ, ਅਤੇ ਕੁਝ ਸਮੇਂ ਤੋਂ ਬਾਅਦ ਫਿਰ ਉਹ ਕੁਛ ਢਿੱਲੇ ਹੋ ਗਏ, ਬਿਮਾਰ ਰਹਿਣ ਲੱਗ ਗਏ। ਉਹਨਾਂ ਤੋਂ ਬਾਅਦ ਫਿਰ ਉਹਨਾਂ ਦੀ ਆਵਾਜ਼ ਜਿਹੜੀ ਸੀ, ਗਿਆਨੀ ਬੂਟਾ ਸਿੰਘ ਜੀ ਬਹੁਤ ਵਧੀਆ ਲਿਖਾਰੀ ਸਨ, ਅੱਜ ਉਹ ਸਾਡੇ ਵਿੱਚ ਨਹੀਂ ਹੈ। ਉਹਨਾਂ ਦੀਆਂ ਕਵਿਤਾ ਅਸੀਂ ਅੱਜ ਵੀ ਗਾਉਂਦੇ ਹਾਂ, ਅਤੇ ਉਹਨਾਂ ਨੂੰ ਲੋਕ ਵੀ ਯਾਦ ਕਰਦੇ ਨੇ। ਉਹ ਮੇਰੇ ਜਥੇ ਵਿੱਚ ਰਹੇ, ਅਤੇ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ, ਕਿਉਂਕਿ ਕਵਿਤਾ ਲਿਖਣ ਜਾਣਦੇ ਸਨ। ਅਤੇ ਉਹ ਸਾਡੇ ਨਾਲ ਜਦੋਂ ਉਹਨਾਂ ਦੀ ਆਵਾਜ਼ ਖਰਾਬ ਹੋ ਗਈ, ਉਹ ਤੋਂ ਬਾਅਦ ਫਿਰ ਮੇਰੇ ਨਾਲ ਮੈਂ ਕੁਝ ਸਮਾਂ ਨਿਰਮਲ ਸਿੰਘ ਮਹੋਲੀ ਕਲਾਂ ਉਹ ਰਹੇ। ਉਹ ਫਿਰ ਮੇਰੇ ਤੋਂ ਹਟ ਕੇ ਕੁਝ ਸਮਾਂ ਥੋੜ੍ਹਾ ਜਿਹਾ ਚਿਰ ਉਹ ਨਿਊਜ਼ੀਲੈਂਡ ਚਲੇ ਗਏ, ਅਤੇ ਨਿਊਜ਼ੀਲੈਂਡ ਜਦੋਂ ਆ ਗਏ, ਉਹ ਤੋਂ ਬਾਅਦ ਮੇਰੇ ਨਾਲ 3 ਸਾਲ ਸ਼ਮਸ਼ੇਰ ਸਿੰਘ ਖਡੂਰ ਅਤੇ ਕਪੂਰ ਸਿੰਘ ਤਲਵਾੜਾ ਅਤੇ ਬਲਵੀਰ ਸਿੰਘ ਲੱਖਾ, ਇਹ ਮੇਰੇ ਨਾਲ ਸਰੰਗੀ 'ਤੇ ਰਹੇ। ਉਸ ਤੋਂ ਬਾਅਦ ਫਿਰ ਮੇਰੇ ਨਾਲ ਨਿਰਮਲ ਅਤੇ ਕਪੂਰ ਅਤੇ ਸੁਖੀਆ ਸਾਹਿਬ 2099 ਤੋਂ ਇਹ ਜਦੋਂ ਬਾਹਰੋਂ ਆ ਗਏ, ਫਿਰ ਮੇਰੇ ਨਾਲ ਸੁਖੀਆ ਸਾਹਿਬ ਦਾ ਨਾਮ ਮੈਂ ਪਹਿਲਾਂ ਹੀ ਦਿੱਤਾ ਸੀ। ਫਿਰ 2004 ਤੱਕ ਸੁਖੀਆ ਸਾਹਿਬ ਮੇਰੇ ਨਾਲ ਰਹੇ। ਜਦੋਂ ਉਹਨਾਂ ਦੀ ਡੈਥ ਹੋ ਗਈ, ਉਹ ਤੋਂ ਬਾਅਦ ਫਿਰ ਮੇਰੇ ਨਾਲ ਸਰੰਗੀ ਵਾਲੇ ਤਕਰੀਬਨ ਬਦਲਦੇ ਰਹੇ। ਉਸ ਤੋਂ ਬਾਅਦ ਫਿਰ ਮੇਰਾ ਬੇਟਾ ਮੱਖਣਦੀਪ, ਇਹ ਮੇਰੇ ਨਾਲ ਫਿਰ ਲਗਾਤਾਰ 13 ਤੱਕ ਰਿਹਾ, ਅਤੇ ਉਸ ਤੋਂ ਬਾਅਦ ਫਿਰ ਕਈ ਵਾਰ ਸਰੰਗੀ ਵਾਲੇ ਆਉਂਦੇ ਜਾਂਦੇ ਰਹੇ, ਬਦਲਦੇ ਰਹੇ। ਇਸ ਕਰਕੇ ਚੱਲੀ ਜਾਂਦਾ, ਅੱਜ ਵੀ ਇਸੇ ਤਰ੍ਹਾਂ ਚੱਲ ਰਿਹਾ। ਹੁਣ ਜਿਹੜਾ ਤੁਹਾਡਾ ਜਥਾ ਹੈ, ਉਹਦੇ ਵਿੱਚ ਢਾਡੀ ਸਾਥੀ ਕਿਹੜੇ ਨੇ? ਉਹਦੇ ਵਿੱਚ ਕਪੂਰ ਸਿੰਘ ਤਲਵਾੜਾ ਜੀ ਮੇਰੇ ਨਾਲ, ਨਿਰਮਲ ਸਿੰਘ ਮਹੋਲੀ ਕਲਾਂ, ਅਤੇ ਸਰੰਗੀ ਮਾਸਟਰ ਮੇਰੇ ਨਾਲ ਮੁੰਡਾ ਜਸਵਿੰਦਰ ਸਿੰਘ ਮੱਲੇ ਤੋਂ ਆ, ਉਹ ਮੇਰਾ ਸਾਥ ਦੇ ਰਹੇ ਨੇ ਅੱਜ। ਗਿਆਨੀ ਜੀ, ਤੁਹਾਡੇ ਜਿਹੜੇ ਦੋਨੋਂ ਹੀ ਸਾਥੀ ਨੇ, ਕਪੂਰ ਸਿੰਘ ਤਲਵਾੜਾ ਅਤੇ ਨਿਰਮਲ ਸਿੰਘ ਮਹੋਲੀ ਕਲਾਂ, ਦੋਨੋਂ ਹੀ ਬੁਲੰਦ ਆਵਾਜ਼ਾਂ ਦੇ ਮਾਲਕ ਨੇ ਅਤੇ ਢਾਡੀ ਕਲਾ ਦੇ ਬਹੁਤ ਮਾਹਿਰ ਨੇ। ਜਦੋਂ ਗਾਉਂਦੇ ਨੇ ਅਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿੰਦੀ, ਅਤੇ ਤੁਹਾਡੀ ਆਵਾਜ਼ ਬੋਲਣ ਦਾ ਜਿਹੜਾ ਅੰਦਾਜ਼ ਹੈ ਅਤੇ ਤੁਹਾਡੀ ਜਿਹੜੀ ਪਿੱਚ ਹੈ ਬੋਲਣ ਦਾ, ਤੁਹਾਡਾ ਸੁਰ ਹੈ, ਉਹ ਵੀ ਬਹੁਤ ਉੱਚਾ ਹੈ, ਅਤੇ ਸੰਗਤ ਤੁਹਾਡੇ ਜਥੇ ਤੋਂ ਪ੍ਰਭਾਵਿਤ ਵੀ ਹੁੰਦੀ ਹੈ। ਅਤੇ ਜਿਹੜੇ ਚੰਗੇ ਜਥੇ ਨੇ, ਪੁਰਾਣੇ ਗਵਈਏ ਨੇ, ਉਹਨਾਂ ਵਿੱਚ ਤੁਹਾਡੇ ਸਾਥੀਆਂ ਦਾ ਨਾਮ ਵੀ ਆਉਂਦਾ ਹੈ। ਗਿਆਨੀ ਜੀ, ਕੋਈ ਇਹੋ ਜਿਹਾ ਸਮਾਂ
ਕਿਸੇ ਮੁਕਾਬਲੇ ਵਿੱਚ ਜਾਂ ਕਿਸੇ ਵੈਸੇ ਪ੍ਰੋਗਰਾਮ 'ਤੇ ਸੰਗਤ ਨੇ ਤੁਹਾਨੂੰ ਕਿਤੇ ਇਹੋ ਜਿਹਾ ਪਿਆਰ ਦਿੱਤਾ ਹੋਵੇ ਜਿਹੜਾ ਸਾਰਾ ਜੀਵਨ ਤੁਸੀਂ ਭੁਲਾ ਨਾ ਸਕਦੇ ਹੋ, ਤੁਹਾਡੀ ਜਿਹੜੀ ਅਭੁੱਲ ਯਾਦਗਾਰ ਹੈ, ਉਹਦੇ ਬਾਰੇ ਜ਼ਰੂਰ ਸਾਨੂੰ ਦੱਸੋ। ਬਹੁਤ ਵਧੀਆ ਸਵਾਲ ਕੀਤਾ ਜਾਜਕ ਸਾਹਿਬ। ਮੇਰੇ ਨਾਲ 2008 ਵਿੱਚ ਗਿਆਨੀ ਦਇਆ ਸਿੰਘ ਦਿਲਬਰ ਯਾਦਗਾਰੀ ਢਾਡੀ ਮੁਕਾਬਲੇ ਹੋਏ ਸੀ। ਉਹ ਢਾਡੀ ਮੁਕਾਬਲੇ ਮਾਲਵੇ ਵਿੱਚ, ਦੁਆਬੇ ਵਿੱਚ ਅਤੇ ਮਾਝੇ ਵਿੱਚ, 3 ਜ਼ੋਨਾਂ ਵਿੱਚ ਹੋਏ ਸੀ। ਅਤੇ ਉਹਨਾਂ 3 ਜ਼ੋਨਾਂ ਦੇ ਵਿੱਚੋਂ ਜਿਹੜੇ 9 ਢਾਡੀ ਜਥੇ ਫਸਟ ਆਏ ਸੀ, ਸੈਕਿੰਡ ਆਏ ਸੀ, ਉਹਨਾਂ ਦੇ ਜ਼ੋਨਲ ਮੁਕਾਬਲਾ ਸੀ ਜਿਹੜਾ, ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਸੀ। ਉਦੋਂ ਮੈਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਮੇਰੇ ਨਾਲ ਨਿਰਮਲ ਸਿੰਘ, ਕਪੂਰ ਸਿੰਘ ਤਲਵਾੜਾ ਅਤੇ ਮੇਰਾ ਬੇਟਾ ਮੱਖਣਦੀਪ ਸਿੰਘ ਸਰੰਗੀ 'ਤੇ ਸੀ। ਉਹ ਮੇਰੀ ਭੁੱਲ ਯਾਦ ਆ ਕਿ ਉਦੋਂ ਮੈਂ ਢਾਡੀ ਦਰਬਾਰ ਵਿੱਚੋਂ ਉੱਥੇ ਫਸਟ ਪ੍ਰਾਈਜ਼ ਲੈ ਕੇ ਪਹਿਲੇ ਨੰਬਰ 'ਤੇ ਆਇਆ ਸੀ। ਅਤੇ ਉਦੋਂ ਬਾਅਦ ਗੁਰੂ ਦੀ ਬਖਸ਼ਿਸ਼ ਰਹੀ, ਅੱਜ ਵੀ ਉੱਥੇ ਮੇਰਾ ਬੜਾ ਪਿਆਰ ਬਣਿਆ ਅਤੇ ਉਧਰ ਦੇ ਜਿੰਨੇ ਢਾਡੀ ਨੇ ਮੇਰਾ ਬੜਾ ਮਾਣ ਸਤਿਕਾਰ ਕਰਦੇ ਨੇ ਅਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਜਦੋਂ ਮੈਂ ਇਸ ਕਲਾ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ, ਮੈਨੂੰ ਫਸਟ ਪ੍ਰਾਈਜ਼ ਮਿਲੀ ਉੱਥੋਂ। ਅੱਛਾ ਗਿਆਨੀ ਜੀ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਆਪਣਾ ਜਥਾ ਲੈ ਕੇ, ਪ੍ਰਚਾਰਕ ਦੇ ਤੌਰ 'ਤੇ ਢਾਡੀ ਜਥਾ ਲੈ ਕੇ ਵਿਚਰਦੇ ਰਹੇ, ਅਤੇ ਜਿਹੜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਕੀਤੀ ਲਗਭਗ 30 ਸਾਲ, ਉਹਦੇ ਵਿੱਚ ਤੁਸੀਂ ਮਤਲਬ ਜਿਹੜਾ ਤੁਹਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰ ਖੇਤਰ ਹੈ, ਉਹ ਕੀ ਹੈ? ਜਥੇ ਦੀ ਜਿਹੜੀ ਆਪਣੇ ਹਲਕੇ ਵਿੱਚ ਕੀ ਡਿਊਟੀ ਹੁੰਦੀ ਹੈ? ਕਿੰਨੇ ਟਾਈਮ ਬਾਅਦ ਤੁਸੀਂ ਦੀਵਾਨ ਕਰਨਾ ਹੁੰਦਾ? ਉਹ ਵੀ ਸੰਗਤ ਦੇ ਨਾਲ ਜ਼ਰੂਰ ਸਾਂਝਾ ਕਰੋ। ਉਹ ਜਿਹੜਾ ਜਾਜਕ ਸਾਹਿਬ ਜਿਹੜੇ ਦੀਵਾਨ ਨੇ, ਉਹਦੇ ਵਿੱਚ ਸਾਨੂੰ 7 ਰੈਸਟਾਂ ਹੁੰਦੀਆਂ ਸੀ ਅਤੇ ਅਸੀਂ 30 ਦਿਨ ਹੀ ਦੀਵਾਨ ਕਰਨਾ ਹੁੰਦਾ ਸੀ। ਵੱਖ-ਵੱਖ ਪਿੰਡਾਂ ਵਿੱਚ ਸਾਡੇ ਕੋਲ ਫੀਲਡ ਦਾ ਏਰੀਆ ਹੁੰਦਾ। ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਢਾਡੀ ਨੇ, ਉਹਨਾਂ ਸਾਰਿਆਂ ਨੇ ਆਪਣੀ ਜਿਹੜੀ ਵਰਕਿੰਗ ਡਾਇਰੀ ਭਰਨੀ ਆ, ਉਹਨਾਂ ਨੇ ਵਿਖਾਉਣਾ ਵੀ ਅਸੀਂ ਫਲਾਣੇ ਪਿੰਡ ਗਏ, ਉੱਥੇ ਅਸੀਂ ਰਾਤ ਨੂੰ ਦੀਵਾਨ ਕੀਤਾ, ਕਿਸੇ ਅਸੀਂ ਅੰਮ੍ਰਿਤ ਵੇਲੇ ਦੀਵਾਨ ਕੀਤਾ। ਉਹ ਦੀਵਾਨ ਜੀ ਸਾਨੂੰ 7 ਰੈਸਟਾਂ ਕਰਕੇ ਅਤੇ ਸਾਨੂੰ ਪੂਰੇ ਜਿੰਨੇ ਵੀ ਮਹੀਨੇ ਦੇ ਦਿਨ ਨੇ, ਉਹ ਸਾਰੇ ਦਿਨ ਹੀ ਕੰਮ ਕਰਨਾ ਪੈਂਦਾ, ਕਿਉਂਕਿ ਇਹ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਹੈ। ਅਤੇ ਅੱਜ ਕੱਲ੍ਹ ਸਾਡੀ ਜਿਹੜੀ ਨੌਜਵਾਨੀ ਆ, ਉਹ ਪਤਿਤ ਹੋ ਰਹੀ ਆ ਅਤੇ ਨਸ਼ਿਆਂ ਦਾ ਵੀ ਰੁਝਾਨ ਕਾਫੀ ਪੰਜਾਬ ਵਿੱਚ ਚੱਲ ਰਿਹਾ ਹੈ। ਅਤੇ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਤੋਂ ਪਰਹੇਜ਼ ਕਰਕੇ ਅਤੇ ਤੁਸੀਂ ਗੁਰੂ ਨਾਨਕ ਦੇ ਮਿਸ਼ਨ ਵਿੱਚ ਪ੍ਰਵੇਸ਼ ਕਰੋ। ਇਸ ਕਰਕੇ ਡਿਊਟੀਆਂ ਮੇਰੀਆਂ ਬੜੀ ਦੂਰ ਦੂਰ ਤੱਕ, ਮੈਂ ਬੰਬੇ ਕਲਕੱਤੇ ਤੱਕ ਵੀ ਗਿਆ, ਮੈਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਜਾ ਕੇ ਮੈਂ ਉੱਥੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕੀਤਾ। ਮੇਰੀ ਗਾਹੇ ਬਗਾਹੇ ਜਿੱਥੇ ਵੀ ਮੈਨੂੰ ਦਫ਼ਤਰ ਵੱਲੋਂ ਹੁਕਮ ਆਇਆ, ਮੈਂ ਉੱਥੇ ਜਾ ਕੇ ਸੇਵਾ ਨਿਭਾਉਂਦਾ ਰਿਹਾ। ਔਰ ਅੱਜ ਵੀ ਮੈਨੂੰ ਜਦੋਂ ਉਹਨਾਂ ਦੀ ਸੇਵਾ ਦਾ ਹੁਕਮ ਆਉਂਦਾ ਤਾਂ ਮੈਂ ਅੱਜ ਵੀ ਉੱਥੇ ਜਾ ਕੇ ਉਹਨਾਂ ਦੀਆਂ ਸੇਵਾਵਾਂ ਨਿਭਾਉਂਦਾ ਹਾਂ। ਗਿਆਨੀ ਜੀ, ਜਦ ਅਸੀਂ ਗੱਲ ਕਰਦੇ ਹਾਂ ਪ੍ਰਚਾਰ ਦੀ, ਬੇਸ਼ੱਕ ਪ੍ਰਚਾਰਕ ਦੇ ਅੰਦਰ ਭਾਵਨਾ ਵੀ ਹੋਣੀ ਚਾਹੀਦੀ ਹੈ, ਪਰ ਇਸ ਦੇ ਨਾਲ ਨਾਲ ਪ੍ਰਚਾਰਕ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਸੰਗਤ ਅਤੇ ਪ੍ਰਬੰਧਕਾਂ ਦਾ ਇਹ ਫਰਜ਼ ਬਣਦਾ। ਪਰ ਅਸੀਂ ਵੇਖਦੇ ਹਾਂ ਕਈ ਵਾਰ ਕਈ ਸਟੇਜਾਂ, ਕਈ ਖੇਤਰ, ਕਈ ਇਲਾਕੇ ਇਸ ਤਰ੍ਹਾਂ ਦੇ ਨੇ ਜਿੱਥੇ ਜਥਾ, ਢਾਡੀ ਜਥਾ, ਕਵੀਸ਼ਰ ਜਥਾ, ਕੋਈ ਪ੍ਰਚਾਰਕ ਬੁਲਾਇਆ ਜਾਂਦਾ ਅਤੇ ਆਮ ਤੌਰ 'ਤੇ ਪ੍ਰਬੰਧਕ ਉਹਦੇ ਨਾਲ ਇਹ ਡੀਲ ਕਰ ਲੈਂਦੇ ਨੇ ਕਿ ਅਸੀਂ ਤੈਨੂੰ ਇੰਨੀ ਮਾਇਆ ਦੇਵਾਂਗੇ, ਪਰ ਸਟੇਜ ਵਾਲੀ ਮਾਇਆ ਸਾਡੀ ਹੋਵੇਗੀ। ਸਟੇਜ ਵਾਲੀ ਮਾਇਆ ਆਮ ਤੌਰ 'ਤੇ ਜਿਹੜੀ ਸੰਗਤ ਹੈ ਉਹ ਜਥਿਆਂ ਨੂੰ ਦਿੰਦੀ ਹੈ। ਸੰਗਤ ਦਾ ਖਿਆਲ ਹੁੰਦਾ ਕਿ ਅਸੀਂ ਮਾਇਆ ਜਥੇ ਨੂੰ ਦੇ ਰਹੇ ਹਾਂ, ਪਰ ਸੰਗਤ ਵੀ ਨਹੀਂ ਜਾਣਦੀ ਕਿ ਇਹ ਮਾਇਆ ਪ੍ਰਬੰਧਕਾਂ ਪਾਸ ਚਲੀ ਜਾਣੀ ਹੈ। ਤੁਹਾਡਾ ਕੀ ਖਿਆਲ ਹੈ? ਇਹ ਜਿਹੜਾ ਰਵੱਈਆ ਹੈ, ਇਹਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜਾਜਕ ਸਾਹਿਬ ਇਹੋ ਹੀ ਕਹਿਣਾ ਚਾਹੁੰਦਾ ਵੀ ਵੇਖੋ, ਇਹ ਜਿਹੜੀ ਸੰਗਤਾਂ ਦੀ ਮਾਇਆ ਜੋ ਸਾਨੂੰ ਸਟੇਜ 'ਤੇ ਦਿੰਦੇ ਆ, ਚਾਹੇ ਨਗਰ ਕੀਰਤਨ ਹੋਵੇ, ਚਾਹੇ ਉਹ ਦੀਵਾਨ ਹੋਵੇ, ਅਤੇ ਚਲੋ ਅਸੀਂ ਕਾਰਮ ਲੈਂਦੇ ਹਾਂ, ਉਹ ਸਾਨੂੰ ਪ੍ਰਬੰਧਕ ਕਹਿੰਦੇ ਆ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਅਤੇ ਅਸੀਂ ਕਹਿੰਦੇ ਠੀਕ ਆ ਜੀ, ਚਲੋ ਕੁਛ ਸਪੈਸ਼ਲ ਦੇ ਦਿਓ। ਵੈਸੇ ਤਾਂ ਪ੍ਰਬੰਧਕ ਸਾਹਿਬਾਨਾਂ ਨੂੰ ਮੈਂ ਇੱਕ ਬੇਨਤੀ ਕਰਦਾ, ਵੇਖੋ ਉਹ ਢਾਡੀ ਇਤਿਹਾਸ 'ਤੇ, ਢਾਡੀ ਕਲਾ 'ਤੇ ਕੋਈ ਸਾਡੇ ਸਰੰਗੀ ਮਾਸਟਰ ਨੂੰ ਖੁਸ਼ ਹੋ ਕੇ, ਕੋਈ ਸਾਡੇ ਢਾਡੀ ਨੂੰ ਖੁਸ਼ ਹੋ ਕੇ, ਕੋਈ ਤੁਹਾਡੇ ਸਾਡੇ ਪ੍ਰਚਾਰ ਤੋਂ ਖੁਸ਼ ਹੋ ਕੇ ਮਾਇਆ ਦਿੰਦੇ ਨੇ। ਜਿਹੜੀ ਉਹ ਸਟੇਜ 'ਤੇ ਮਾਇਆ ਆਉਂਦੀ ਆ, ਉਹ ਵੈਸੇ ਢਾਡੀਆਂ ਦਾ ਸਨਮਾਨ ਆ, ਇਤਿਹਾਸ ਦੀ ਭੇਟਾ ਉਹ। ਅਤੇ ਮੈਂ ਤਾਂ ਸਮਝਦਾ ਵੀ ਸਾਡੀ ਪ੍ਰਬੰਧਕ ਸਾਹਿਬਾਨਾਂ ਨੂੰ ਬੇਨਤੀ ਹੈ ਬਈ ਉਹ ਜਿਹੜੀ ਮਾਇਆ, ਉਹ ਸਟੇਜ ਦੇ ਉੱਤੇ 200 400 ਇੱਕ ਪੜਾਅ 'ਤੇ, ਜਾਂ ਸਟੇਜ 'ਤੇ 500 700 ਵੀ ਹੋ ਗਿਆ, ਅਤੇ ਉਹ ਮੈਂ ਤਾਂ ਕਿ ਸਮਝਦਾ ਵੀ ਉਹ ਨਹੀਂ ਲੈਣੀ ਚਾਹੀਦੀ। ਉਹ ਮੈਂ ਤਾਂ ਬੇਨਤੀ ਕਰੂੰਗਾ ਗੁਰਦੁਆਰੇ ਦੇ ਪ੍ਰਬੰਧਕ ਸਾਹਿਬਾਨਾਂ ਨੂੰ ਵੀ ਉਹ ਜਿਹੜੀ ਮਾਇਆ ਢਾਡੀ ਸਿੰਘਾਂ ਨੂੰ ਦੇ ਦੇਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਇਹ ਕਲਾ ਆ, ਉਹਨਾਂ ਦੀ ਇਹ ਮਿਹਨਤ ਆ। ਉਹ 4 ਜਣੇ ਖਲੋਤੇ ਨੇ, ਸਰੰਗੀ ਵਾਦਕ ਆ, 2 ਢਾਡੀ ਨੇ, ਪ੍ਰਚਾਰਕ ਆ, ਕਿੱਥੋਂ ਕਿੱਥੋਂ ਉਹਨਾਂ ਨੇ ਇਤਿਹਾਸ ਦੀ ਵਿਚਾਰਧਾਰਾ ਸੰਗਤਾਂ ਦੇ ਨਾਲ ਸਾਂਝੀ ਕਰਨੀ ਆ।
ਤੇ ਜਦੋਂ ਅਸੀਂ ਕੋਈ ਵਿਚਾਰਧਾਰਾ ਕਰਦੇ ਹਾਂ ਫਿਰ ਉਹ ਉਹਨਾਂ ਦੇ ਮਨ ਨੂੰ ਲੱਗਦੀ ਆ ਤੇ ਸਾਨੂੰ ਉਹ ਇਤਿਹਾਸ ਤੋਂ ਤੇ ਕਵਿਤਾਵਾਂ ਤੋਂ ਢਾਡੀਵਾਰਾਂ ਤੋਂ ਖੁਸ਼ ਹੋ ਕੇ ਸਾਡਾ ਮਾਨ ਸਨਮਾਨ ਕਰਦੇ ਨੇ। ਤੇ ਉਹ ਜਿਹੜੀ ਮਾਇਆ ਮੈਂ ਤਾਂ ਸਮਝਦਾ ਵੀ ਉਹ ਢਾਡੀਆਂ ਨੂੰ ਦੇ ਦੇਣੀ ਚਾਹੀਦੀ ਹੈ। ਵੇਖਦੇ ਹਾਂ ਆਮ ਤੌਰ 'ਤੇ ਮਾਲਵੇ ਖੇਤਰ ਵਿੱਚ ਇਹ ਰੁਝਾਨ ਹੈ ਕਿ ਸਟੇਜ ਵਾਲੀ ਮਾਇਆ ਜਥਿਆਂ ਨੂੰ ਨਹੀਂ ਦਿੱਤੀ ਜਾਂਦੀ, ਪਰ ਆਪਾਂ ਵੇਖਦੇ ਹਾਂ ਦੁਆਬੇ ਦੇ ਇਲਾਕੇ ਵਿੱਚ ਸੰਗਤਾਂ ਸਟੇਜ ਦੀ ਮਾਇਆ ਬੜੇ ਖੁੱਲ੍ਹੇ ਦਿਲ ਨਾਲ ਦਿੰਦੀਆਂ ਨੇ ਅਤੇ ਪ੍ਰਬੰਧਕ ਉਹ ਮਾਇਆ ਜਥਿਆਂ ਨੂੰ ਵੀ ਦਿੰਦੇ ਨੇ। ਪਰ ਮਾਲਵੇ ਦੇ ਇਲਾਕੇ ਵਿੱਚ ਖਾਸ ਤੌਰ 'ਤੇ ਇਸ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਅੱਜ ਬਹੁਤ ਵੱਡਾ ਚੈਲੰਜ ਹੈ, ਬਹੁਤ ਵੱਡੀ ਵੰਗਾਰ ਹੈ ਸਾਡੇ ਲਈ ਕਿ ਜਿਹੜੇ ਸਾਡੇ ਨੌਜਵਾਨ ਨੇ ਬਹੁਤ ਸਾਰੇ ਜਿਹੜੇ ਢਾਡੀ ਕਲਾ ਨੂੰ, ਢਾਡੀ ਸਟੇਜਾਂ ਨੂੰ ਛੱਡ ਕੇ ਗਾਇਕੀ ਵਾਲੇ ਪਾਸੇ ਚਲੇ ਗਏ, ਕਿਉਂਕਿ ਉੱਥੇ ਕਦੇ ਵੀ ਕਿਸੇ ਗਾਇਕ ਪਾਸੋਂ ਪ੍ਰਬੰਧਕਾਂ ਨੇ ਇਹ ਗੱਲ ਔਰ ਮੰਗੀ ਨਹੀਂ, ਇਹ ਡੀਲ ਹੀ ਨਹੀਂ ਹੋਈ ਕਿ ਤੁਸੀਂ ਸਟੇਜ ਵਾਲੀ ਮਾਇਆ ਸਾਨੂੰ ਦੇਣੀ ਹੈ। ਸਗੋਂ ਲੱਖਾਂ ਵਿੱਚ ਮਾਇਆ ਵੀ ਦਿੱਤੀ ਜਾਂਦੀ ਹੈ ਅਤੇ ਸਟੇਜ ਵਾਲੀ ਮਾਇਆ ਵੱਲ ਵੀ ਕੋਈ ਝਾਕਦਾ ਨਹੀਂ। ਭਾਵੇਂ ਧਰਮ ਪ੍ਰਚਾਰ ਦਾ ਖੇਤਰ ਬੜਾ ਪਵਿੱਤਰ ਕਾਰਜ ਹੈ ਅਤੇ ਇਹਦੇ ਵਿੱਚ ਭਾਵਨਾ ਨਾਲ, ਸਮਰਪਣ ਨਾਲ ਸਾਨੂੰ ਚੱਲਣਾ ਪਵੇਗਾ, ਪਰ ਫਿਰ ਵੀ ਲੋੜਾਂ ਹਰ ਇੱਕ ਮਨੁੱਖ ਦੀਆਂ ਨੇ, ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ। ਗਿਆਨੀ ਜੀ, ਤੁਸੀਂ ਦੇਸ਼ਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਗਏ ਅਤੇ ਕਿਹੜੇ ਦੇਸ਼ ਵਿੱਚ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਗਏ ਅਤੇ ਉੱਥੇ ਜਿਹੜਾ ਤਜਰਬਾ ਤੁਹਾਡਾ ਉਹ ਕਿੱਦਾਂ ਦਾ ਰਿਹਾ? 2017 ਜੁਲਾਈ ਵਿੱਚ ਜੱਜ ਸਾਹਿਬ ਮੈਂ ਮਲੇਸ਼ੀਆ ਗਿਆ ਆਪਣੇ ਜਥੇ ਸਮੇਤ, ਔਰ ਮਲੇਸ਼ੀਆ ਮੈਨੂੰ 1 ਮਹੀਨਾ ਰਹਿਣ ਦਾ ਸਮਾਂ ਮਿਲਿਆ। ਉਸ ਤੋਂ ਬਾਅਦ ਮੈਂ ਸਿੰਗਾਪੁਰ ਗਿਆ। ਸਿੰਗਾਪੁਰ ਮੈਨੂੰ 15 ਕੁ ਦਿਨ ਰਹਿਣ ਦਾ ਸਮਾਂ ਪ੍ਰਾਪਤ ਹੋਇਆ ਅਤੇ ਉਸ ਤੋਂ ਬਾਅਦ ਮੈਂ ਫਿਰ ਮਲੇਸ਼ੀਆ ਆ ਗਿਆ। ਉਹ ਜਿਹੜੀਆਂ 2 ਕੰਟਰੀਆਂ ਨੇ, ਉਹਨਾਂ ਕੰਟਰੀਆਂ ਦੇ ਵਿੱਚ ਢਾਡੀ ਕਲਾ ਨੂੰ ਬਹੁਤਾ ਤਰਜੀਹ ਨਹੀਂ ਦਿੰਦੇ ਉਹ, ਅਤੇ ਨਾ ਹੀ ਉੱਧਰ ਸਾਡਾ ਕੋਈ ਬਹੁਤਾ ਕੰਮ ਆ। ਉਹ ਐਤਵਾਰ ਵੈਸੇ ਮੈਂ ਲਾਏ 2-4 ਐਤਵਾਰ, ਅਤੇ ਪਰ ਜੋ ਹੋਰ ਫਾਰਨ ਕੰਟਰੀਆਂ ਨੇ ਸਾਡੀਆਂ, ਜਿਵੇਂ ਕੈਨੇਡਾ, ਅਮਰੀਕਾ, ਜੋ ਢਾਡੀਆਂ ਨੂੰ ਉੱਥੇ ਮਾਨ ਸਨਮਾਨ ਮਿਲਦਾ ਅਤੇ ਉੱਧਰ ਨਹੀਂ ਮੈਨੂੰ ਜਾਣ ਦਾ ਜ਼ਰੂਰ ਸੁਭਾਗ ਪ੍ਰਾਪਤ ਹੋਇਆ। ਅਤੇ ਉਸ ਤੋਂ ਬਾਅਦ 18 'ਚ ਮੈਂ ਕੈਨੇਡਾ ਵਿੱਚ ਗਿਆ ਦਸੰਬਰ ਵਿੱਚ, ਅਤੇ ਉੱਥੇ ਸੰਗਤਾਂ ਨੇ ਬੜਾ ਥਾਹ ਪਿਆਰ ਕੀਤਾ। ਮੈਨੂੰ ਕਈ ਗੁਰਦੁਆਰਿਆਂ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਜਿਵੇਂ ਨਿਊ ਵੈਸਟਾ ਸੁਖ ਸਾਗਰ ਗੁਰਦੁਆਰੇ ਮੈਂ ਗਿਆ ਅਤੇ ਮੈਨੂੰ ਸਿੰਘ ਸਭਾ ਤੋਂ ਸਪੋਂਸਰ ਸੀ। ਮੈਂ ਦਸ਼ਮੇਸ਼ ਦਰਬਾਰ ਦੀਵਾਨ ਕੀਤੇ, ਉੱਥੇ ਵਿਸਾਖੀ ਦਾ ਬੜਾ ਤਕੜਾ ਪ੍ਰੋਗਰਾਮ ਲੱਗਦਾ ਅਤੇ ਬਹੁਤ ਸਾਰੇ ਢਾਡੀ ਜਥੇ ਵੀ ਉੱਥੇ ਆਉਂਦੇ ਨੇ। ਉਸ ਤੋਂ ਬਾਅਦ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਐਪਸਪੋਰਟ ਵੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਤੋਂ ਅੱਗੇ ਸਰੀ ਤੋਂ 500 ਕਿਲੋਮੀਟਰ ਪੰਟੈਕਟਨ ਮੈਨੂੰ 2 ਵਾਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ। 17 ਦਿਨ ਇੱਕ ਵਾਰੀ ਰਹਿ ਕੇ ਆਏ ਅਸੀਂ, ਅਤੇ ਦੁਬਾਰੇ ਫਿਰ ਜਿਹੜੇ ਉੱਥੋਂ ਦੇ ਪ੍ਰਧਾਨ ਸਾਹਿਬ ਸਨ ਸਰਦਾਰ ਬਲਵਿੰਦਰ ਸਿੰਘ ਜੀ ਸੰਧੂ, ਉਹ ਹਰ ਸਾਲ ਆਪਦੇ ਘਰ ਅਖੰਡ ਪਾਠ ਕਰਾਉਂਦੇ ਨੇ, ਅਤੇ ਉੱਥੇ ਵੀ ਮੈਨੂੰ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਬੜਾ ਪਿਆਰ ਦਿੱਤਾ ਸੰਗਤਾਂ ਨੇ, ਬਹੁਤ ਮਾਣ ਪ੍ਰਾਪਤ ਹੋਇਆ ਸਾਨੂੰ। ਗੁਰੂ ਦੀ ਬੜੀ ਬਖਸ਼ਿਸ਼ ਰਹੀ ਹੈ ਜੀ। ਗਿਆਨੀ ਜੀ, ਜਦ ਅਸੀਂ ਇਸ ਕਲਾ ਦੀ ਗੱਲ ਕਰਦੇ ਹਾਂ ਅਤੇ ਇਸ ਕਲਾ ਦੇ ਨਾਲ ਤੁਹਾਡਾ ਪਰਿਵਾਰ ਜੁੜਿਆ ਹੋਇਆ, ਕੀ ਤੁਹਾਡੇ ਤੋਂ ਬਾਅਦ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੇ ਵੀ ਇਸ ਕਲਾ ਨੂੰ ਸੰਭਾਲਿਆ? ਕੀ ਤੁਹਾਡੇ ਬੇਟੇ ਮੱਖਣਦੀਪ ਸਿੰਘ ਹੋਰਾਂ ਦਾ ਢਾਡੀ ਜਗਤ ਵਿੱਚ ਇੱਕ ਚੰਗੇ ਸਰੰਗੀ ਮਾਸਟਰ ਦੇ ਤੌਰ 'ਤੇ ਨਾਮ ਆਉਂਦਾ, ਅਤੇ ਕੀ ਤੁਸੀਂ ਸੰਤੁਸ਼ਟ ਹੋ ਕਿ ਜਿਹੜੀ ਤੁਹਾਡੇ ਪਰਿਵਾਰ ਵਿੱਚ ਅੱਗੇ ਵੀ ਵਧੀ ਹੈ? ਮੈਂ ਜੀ ਬਹੁਤ ਖੁਸ਼ ਹਾਂ ਜੱਜ ਸਾਹਿਬ। ਮੈਂ ਇੰਨਾ ਖੁਸ਼ ਹਾਂ ਵੀ ਸਭ ਤੋਂ ਵੱਡੀ ਖੁਸ਼ੀ ਤਾਂ ਮੈਨੂੰ ਇਹ ਆ ਵੀ ਸਾਡਾ ਜਨਮ ਹੀ ਸਿੱਖਾਂ ਦੇ ਘਰ ਹੋਇਆ ਹੈ। ਸਾਡਾ ਪਾਕਿਸਤਾਨ ਵਿੱਚ ਪਰਿਵਾਰ ਜਿਹੜਾ ਅਕਾਲੀ ਪਰਿਵਾਰ ਵੱਜਦਾ ਸੀ, ਇੱਧਰ ਆ ਕੇ ਅਸੀਂ ਜਿਉਂ ਜੰਮੇ ਹਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਅਪਣਾਇਆ ਸੀ, ਔਰ ਸਿੱਖਾਂ ਵਿਰਸੇ 'ਚੋਂ ਸਿੱਖਾਂ ਸੀ। ਅਤੇ ਮੈਨੂੰ ਖੁਸ਼ੀ ਆ ਵੀ ਮੈਂ ਢਾਡੀ ਸਾਂ। ਮੈਂ ਆਪਣੇ ਬੱਚੇ ਵੀ ਢਾਡੀ ਕਲਾ ਵਿੱਚ ਪਾਏ। ਮੇਰਾ ਬੇਟਾ ਸਰੰਗੀ ਮਾਸਟਰ ਆ ਮੱਖਣਦੀਪ ਸਿੰਘ, ਛੋਟਾ ਬੇਟਾ ਗੁਰਿੰਦਰ ਪੁਲਿਸ 'ਚ ਆ, ਉਹ ਵੀ ਢਾਡੀ ਆ। ਅਤੇ ਮੈਂ ਸਮਝਦਾ ਮੇਰੇ ਬੜੇ ਚੰਗੇ ਭਾਗ ਆ। ਮੇਰਾ ਪੋਤਰਾ ਹੁਣ ਸੀਕਰਟ ਹਾਰਟ ਸਕੂਲ ਵਿੱਚ ਪੜ੍ਹਦਾ ਹੈ ਅਲੀਗੜ੍ਹ, ਅਤੇ ਮੈਂ ਉਹਨੂੰ ਵੀ ਸਰੰਗੀ ਸ਼ੁਰੂ ਕੀਤੀ ਆ, ਔਰ ਉਹ ਵੀ ਬਹੁਤ ਵਧੀਆ ਸਰੰਗੀ ਵਜਾ ਲੈਂਦਾ, ਪਰ ਨਾਲ ਨਾਲ ਪੜ੍ਹਾਈ ਚੱਲ ਰਹੀ ਹੈ ਉਹਦੀ। ਮੈਂ ਬੜਾ ਖੁਸ਼ ਹਾਂ ਕਿ ਮੇਰੀ ਤੀਜੀ ਪੀੜ੍ਹੀ ਚੱਲ ਪਈ ਇਸ ਪ੍ਰੋਗਰਾਮ ਵਿੱਚ, ਅਤੇ ਮੈਂ ਆਉਣ ਵਾਲੇ ਸਾਡੀ ਜਨਰੇਸ਼ਨ ਅਤੇ ਮੈਂ ਆਪਣੇ ਬੱਚਿਆਂ ਨੂੰ ਹੋਰ ਵੀ ਕਹੂੰਗਾ ਵੀ ਜਿਹੜਾ ਗਾਂ ਮੇਰੇ ਘਰੇ ਪੜੋਤਾ ਵੀ ਪੈਦਾ ਹੋਵੇ ਉਹ ਵੀ ਢਾਡੀ ਕਲਾ ਵਿੱਚ ਹੋਵੇ ਆਉਣ ਵਾਲੇ ਸਮੇਂ ਦੇ ਅੰਦਰ। ਜੀ, ਬੜੀ ਖੁਸ਼ੀ ਦੀ ਗੱਲ ਹੈ ਗਿਆਨੀ ਜੀ। ਨਾਲ ਤੁਸੀਂ ਗੱਲ ਕੀਤੀ ਹੈ ਪਾਕਿਸਤਾਨ ਦੀ, ਤੁਹਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਅਤੇ ਉਸ ਤੋਂ ਬਾਅਦ ਆ ਕੇ ਫਿਰ ਜਿਹੜਾ ਤੁਸੀਂ ਇੱਥੇ ਤਿਹਾੜੇ ਪਿੰਡ ਵਿੱਚ, ਜਗਰਾਓਂ ਤਹਿਸੀਲ ਦਾ ਬਹੁਤ ਵੱਡਾ ਅਤੇ ਪੁਰਾਣਾ ਪਿੰਡ ਹੈ ਤਿਹਾੜਾ, ਤੁਸੀਂ ਇੱਥੇ ਰਹੇ। ਤੁਹਾਡਾ ਜਨਮ ਕਿਹੜੇ ਸਨ ਵਿੱਚ ਹੋਇਆ ਅਤੇ ਬਾਪੂ ਬੇਬੇ ਜੀ ਉਹਨਾਂ ਦਾ ਨਾਮ ਹੀ ਸੰਗਤ ਦੇ ਨਾਲ ਜ਼ਰੂਰ ਸਾਂਝਾ ਕਰੋ। ਮੇਰਾ ਜਨਮ 1956 ਨੂੰ ਹੋਇਆ ਜੀ। ਮੇਰੇ ਪਿਤਾ ਦਾ ਨਾਂ ਦਰਸ਼ਨ ਸਿੰਘ ਸੀ, ਮੇਰੀ ਮਾਤਾ ਦਾ ਨਾਮ ਮਹਿੰਦਰ ਕੌਰ ਸੀ, ਜੋ ਉਹਨਾਂ ਦੀ ਮੌਤ ਹੋ ਚੁੱਕੀ ਆ।
ਤੇ ਇੱਥੇ ਹੀ ਮੈਂ ਯੋਗਤਾ ਜਿਹੜੀ ਸੀ ਜਿੰਨੀ ਕੁ ਯੋਗਾ ਮੈਂ ਸੀਗਾ ਉਦੋਂ ਲਈ ਅਸੀਂ ਇੱਥੇ ਖੇਤੀ ਵੀ ਕੀਤੀ ਔਰ ਇੱਥੇ ਸਾਰੇ ਕੰਮ ਹੀ ਕੀਤੇ ਔਰ ਇੱਥੇ ਹੀ ਇਸ ਕੰਮ ਵੱਲ ਮੈਨੂੰ ਪ੍ਰੇਰਿਤ ਹੋਇਆ ਤੇ ਮੈਂ ਅੱਜ ਢਾਡੀ ਜਗਤ ਵਿੱਚ ਸੇਵਾ ਕਰ ਰਿਹਾ ਗੁਰੂ ਸਾਹਿਬ ਦੀ ਬਖਸ਼ਿਸ਼। ਗਿਆਨੀ ਜੀ, ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ, ਤੁਸੀਂ ਢਾਡੀ ਜਗਤ ਦੀ ਸੇਵਾ ਕਰ ਰਹੇ ਹੋ। ਬਤੌਰ ਇੱਕ ਪ੍ਰਚਾਰਕ ਦੇ ਤੁਸੀਂ ਆਪਣੀ ਕੌਮ ਨੂੰ, ਸੰਗਤ ਨੂੰ ਅਤੇ ਖ਼ਾਸ ਤੌਰ 'ਤੇ ਆਪਣੇ ਆਉਣ ਵਾਲੇ ਜਿਹੜੇ ਢਾਡੀ ਸਿੰਘ ਨੇ, ਤੁਹਾਡੇ ਤੋਂ ਜੂਨੀਅਰ ਨਵੀਂ ਪੀੜ੍ਹੀ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਜੱਜ ਸਾਹਿਬ, ਉਹਨਾਂ ਨੂੰ ਇਹੀ ਸੰਦੇਸ਼ ਹੈ ਜਿਹੜੇ ਆਉਣ ਵਾਲੇ ਸਾਡੇ ਢਾਡੀ ਨੇ, ਸਾਡੀ ਆਉਣ ਵਾਲੀ ਪਨੀਰੀ, ਆਉਣ ਵਾਲੀ ਜਨਰੇਸ਼ਨ ਹੈ ਜਿਹੜੀ, ਬਈ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਢਾਡੀ ਬਣਨਾ ਚਾਹੁੰਦੇ ਨੇ ਜਾਂ ਸਰੰਗੀ ਵਾਦਕ ਬਣਨਾ ਚਾਹੁੰਦੇ ਨੇ, ਸਭ ਤੋਂ ਵਧੀਆ ਚੰਗੇ ਉਸਤਾਦਾਂ ਕੋਲੋਂ ਚੰਗੀ ਸਿੱਖਿਆ ਲੈ ਕੇ, ਚੰਗੀ ਮਿਹਨਤ ਕਰਕੇ ਢਾਡੀ ਰਾਗ ਦੀ ਹਰ ਇੱਕ ਸ਼ੈਲੀ, ਹਰ ਇੱਕ ਵੰਨਗੀ ਦੇ ਵਿੱਚ ਪਰਪੱਕ ਹੋ ਕੇ ਉਹ ਸੰਗਤਾਂ ਦੇ ਸਨਮੁਖ ਆ ਕੇ ਸੰਗਤਾਂ ਨੂੰ ਸੇਵਾ ਕਰਨ ਅਤੇ ਸੰਗਤਾਂ ਨੂੰ ਦੱਸਣ ਕਿ ਇਹ ਜਿਹੜੀ ਪੁਰਾਤਨ ਸਾਡੀ ਵਿਰਾਸਤ ਹੈ, ਜਿਹੜੀ ਢਾਡੀ ਸ਼ੈਲੀ ਆ, ਢਾਡੀ ਕਲਾ ਹੈ, ਅਸੀਂ ਇਹਨੂੰ ਸੰਭਾਲ ਕੇ ਰੱਖੀਏ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹਨਾਂ ਨੂੰ ਵੀ ਪਤਾ ਲੱਗੇ। ਸੰਗਤਾਂ ਨੂੰ ਇਹ ਬੇਨਤੀ ਹੈ ਭਾਈ, ਵੱਧ ਤੋਂ ਵੱਧ ਢਾਡੀਆਂ ਦਾ ਮਾਣ ਕਰੋ, ਢਾਡੀ ਇਤਿਹਾਸ ਸਰਵਣ ਕਰਿਆ ਕਰੋ ਤਾਂ ਕਿ ਅਸੀਂ ਗੁਰੂ ਨਾਨਕ ਦੇ ਸਿੱਖਾਂ ਅਤੇ ਸਿੱਖੀ ਵਿੱਚ ਪ੍ਰਵੇਸ਼ ਕਰਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਸਕੀਏ ਅਤੇ ਗੁਰੂ ਸਾਹਿਬ ਦੀ ਸਾਡੇ 'ਤੇ ਕਿਰਪਾ ਹੈ ਅਤੇ ਇਸੇ ਤਰ੍ਹਾਂ ਹੀ ਕਿਰਪਾ ਬਣੀ ਰਹੇ। ਢਾਡੀ ਗੁਰੂ ਦਾ ਇਤਿਹਾਸ ਸੁਣਾਉਂਦੇ ਰਹਿਣ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ 'ਤੇ ਬੜੀ ਵੱਡੀ ਕਿਰਪਾ ਕੀਤੀ। ਪਹਿਲੇ ਢਾਡੀ ਨੱਥਮਲ ਅਤੇ ਅਬਦੁੱਲਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਆ ਕੇ, ਤਖਤ ਸਾਹਿਬ ਦੇ ਸਨਮੁਖ ਹੋ ਕੇ ਢਾਡੀ ਵਾਰਾਂ ਗਾਇਨ ਕੀਤੀਆਂ ਸੀ। ਉੱਥੋਂ ਸਾਨੂੰ ਦਰਬਾਰ ਵਿੱਚ ਢਾਡੀ ਵਾਰਾਂ ਗਾਇਨ ਕਰਨ ਦਾ ਜਿਹੜਾ ਸੀ ਇਹ ਮਾਣ ਪ੍ਰਾਪਤ ਹੋਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਇਹ ਉਹਨਾਂ ਦੀ ਮਹਾਨ ਬਖਸ਼ਿਸ਼ ਆ ਅਤੇ ਮੈਂ ਸੰਗਤਾਂ ਨੂੰ ਅਤੇ ਆਉਣ ਵਾਲੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹੀ ਕਹੂੰਗਾ ਵੀ ਜਿਨ੍ਹਾਂ ਨੇ ਵੀ ਢਾਡੀ ਕਲਾ ਵਿੱਚ ਆਉਣਾ, ਵਧੀਆ ਬਣ ਕੇ ਸਾਜੀ, ਵਧੀਆ ਬਣ ਕੇ ਆਓ, ਵਧੀਆ ਢਾਡੀ ਬਣ ਕੇ ਆਓ ਤਾਂ ਕਿ ਤੁਹਾਨੂੰ ਸੰਗਤਾਂ ਜਿਹੜੀਆਂ ਸੁਣਨ ਵਾਲੀਆਂ ਉਹ ਪ੍ਰਸੰਨ ਹੋ ਸਕਣ। ਜਾਂਦੇ ਜਾਂਦੇ ਗਿਆਨੀ ਜੀ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਢਾਡੀ ਕਲਾ ਦੀ ਕੋਈ ਪੁਰਾਤਨ ਪੁਖਤਾ ਵੰਨਗੀ ਅਸੀਂ ਸੰਗਤ ਨੂੰ ਸਰਵਣ ਕਰਵਾਈਏ। ਆਓ ਅਸੀਂ ਗਿਆਨੀ ਜਗਦੀਸ਼ ਸਿੰਘ ਜੀ ਤਿਹਾੜਾ ਦੇ ਜਥੇ ਪਾਸੋਂ ਉਹਨਾਂ ਦੇ ਜਥੇ ਦੀ ਗਾਈ ਹੋਈ ਇੱਕ ਅਨਮੋਲ ਢਾਡੀ ਵੰਨਗੀ ਸਰਵਣ ਕਰਦੇ ਹਾਂ। ਇਨਸਾਨ ਦੁਨੀਆ ਤੇ ਆਉਂਦਾ ਹੈ ਤੇ ਆਪਣੇ ਜੀਵਨ ਦੇ ਕਾਰ ਵਿਹਾਰ ਨੂੰ ਸਮਾਪਤ ਕਰਕੇ, ਸੰਸਾਰ ਤੋਂ ਕੂਚ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜਦਾ ਹੈ। ਇਹ ਕੌਮ ਦਾ ਵਿਦਵਾਨ ਬੜੀਆਂ ਸੁੰਦਰ ਲਾਈਨਾਂ ਅੰਕਿਤ ਕਰਦਾ ਹੈ। ਉਹ ਕਹਿੰਦਾ ਜਿਹੜੀਆਂ ਸੂਰਤਾਂ ਚੜ੍ਹਨ ਸਵਾਰੀਆਂ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਵੇਖੀਆਂ ਮੈਂ, ਜਿਹੜੀਆਂ ਜ਼ੁਲਫਾਂ ਨੂੰ ਅਤਰ ਮਲੇਲ ਮਲਦਾ ਵਾਂਗਰ ਘਾਸਦੇ ਸੜਦੀਆਂ ਵੇਖੀਆਂ ਮੈਂ, ਉਹ ਜਿਹੜੀਆਂ ਸੂਰਤਾਂ ਲੱਖਾਂ ਮੈਦਾਨ ਮਾਰੇ ਅੱਗੇ ਮੌਤ ਨਾ ਅੜਦੀਆਂ ਵੇਖੀਆਂ ਮੈਂ, ਚੜ ਕੇ ਕਾਠ ਦੀ ਘੋੜੀ ਤੇ ਨਿਕਲ ਗਈਆਂ ਮੁੜ ਕੇ ਸ਼ਹਿਰ ਨਾ ਵੜਦੀਆਂ ਵੇਖੀਆਂ ਮੈਂ। ਬੰਦੇ ਦੇ ਜੀਵਨ ਤੇ, ਬੰਦੇ ਦੀ ਲਾਈਫ ਦੇ ਉੱਤੇ ਕੌਮ ਦੇ ਵਿਦਵਾਨ ਨੇ ਚੰਦ ਲਾਈਨਾਂ ਲਿਖੀਆਂ ਨੇ। ਉਹਨਾਂ ਲਾਈਨਾਂ ਨੂੰ ਮੇਰੇ ਸਾਥੀ ਕਪੂਰ ਸਿੰਘ ਤਲਵਾੜਾ, ਨਿਰਮਲ ਸਿੰਘ ਮਹੌਲੀ ਕਲਾਂ, ਸਰੰਗੀ ਮਾਸਟਰ ਕੁਲਵਿੰਦਰ ਸਿੰਘ ਜੀ ਕਮਲ ਦਾਸ, ਜਗਦੀਸ਼ ਸਿੰਘ ਤਿਹਾੜੇ ਦਾ ਢਾਡੀ ਜੱਥਾ ਉਹਨਾਂ ਲਾਈਨਾਂ ਨੂੰ ਕਹਿਣ ਜਾ ਰਿਹਾ ਹੈ। ਜੋ ਢਾਡੀ ਰਾਜ ਦਾ ਅਹਿਮ ਅੰਗ, ਮਾਲਵੇ ਦਾ ਮਹਾਨ ਰਾਗ, ਜੋੜੇ ਦੀ ਕਲੀ ਦੀਆਂ ਬੰਦੇ ਦੇ ਲਾਈਫ ਤੇ ਚੰਦ ਲਾਈਨਾਂ ਤਿਹਾੜੇ ਵਾਲਾ ਢਾਡੀ ਜੱਥਾ ਹੈ। ਇਉਂ ਕਹਿੰਦੇ
ਇਹ ਸਨ ਗਿਆਨੀ ਜਗਦੀਸ਼ ਸਿੰਘ ਜੀ ਤਿਹਾੜਾ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪਣੇ ਜੀਵਨ ਸਫ਼ਰ ਅਤੇ ਢਾਡੀ ਜਗਤ ਬਾਰੇ, ਢਾਡੀ ਕਲਾ ਬਾਰੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਗਿਆਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਾਡੇ ਲਈ, ਸਾਡੇ ਦਰਸ਼ਕਾਂ ਲਈ ਸਮਾਂ ਕੱਢਿਆ, ਅਤੇ ਅਸੀਂ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਅਤੇ ਆਸ ਕਰਦੇ ਹਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਜਥੇ ਸਮੇਤ ਕੌਮ ਦੀ ਸੇਵਾ ਕਰਦੇ ਰਹੋਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਪੰਜਾਬੀ ਵਿਰਾਸਤ USA ਚੈਨਲ ਅਤੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸਰੋਤੇ ਇਹਨੂੰ ਸਰਵਣ ਕਰ ਰਹੇ ਨੇ, ਮੈਂ ਸਾਰਿਆਂ ਦਾ ਅਤੇ ਸਮੁੱਚੀ ਇਹਨਾਂ ਦੀ ਟੀਮ ਦਾ, ਔਰ ਗਿਆਨੀ ਜਗਦੇਵ ਸਿੰਘ ਜੀ ਜਾਚਕ ਜੋ ਕੈਮਰੇ ਵਿੱਚ ਚੰਗੇ ਚੰਗੇ ਢਾਡੀਆਂ ਦੀ, ਸਰੰਗੀ ਮਾਸਟਰਾਂ ਦੀ ਇੰਟਰਵਿਊ ਲੈ ਕੇ ਜਗਤ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕਰ ਰਹੇ ਨੇ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਤੁਹਾਡਾ ਧੰਨਵਾਦ। ਅਤੇ ਪਿਆਰੇ ਦਰਸ਼ਕੋ, ਇਹ ਸਨ ਗਿਆਨੀ ਜਗਦੀਸ਼ ਸਿੰਘ ਜੀ ਤਿਹਾੜਾ। ਮੈਂ ਇਜਾਜ਼ਤ ਚਾਹੁੰਦਾ ਹਾਂ ਅਤੇ ਜਲਦ ਹੀ ਫਿਰ ਹਾਜ਼ਰ ਹੋਵਾਂਗਾ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ। ਤਦ ਤੱਕ ਲਈ ਇੰਤਜ਼ਾਰ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।